मेरी रूह ने लई अंगड़ाई, चंग नू हवावां तुरियां, सानू महक मोहब्बतां दी आई, चंग नू हवावां तुरियां। हरफे चंबे दियां डालियां जो हो गए, जिंदगी दे बोल साडे साहां च परो गए, जिंदगी दे बोल साडे साहां च परो गए हो। रूह दे बेलियां च मच गी दोहाई, चंग नू हवावां तुरियां, सानू महक मोहब्बतां दी आई, चंग नू हवावां तुरियां। ना 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 दीवाना होना पैंदा है, मस्ताना होना पैंदा है, जिस रूप च राजी यार होवे ओह भेस वटाउणा पैंदा है, इत्थे बुल्ले वर्गे मुर्शद नूं भी नचना ते गाउणा पैंदा है। सत श्री अकाल, स्वागत जी आयां नूं, वेलकम, वालेकुम सलाम, नमस्कार। आप सब दा स्वागत है जी वर्चुअल मंच ते उस प्लेटफॉर्म ते जिन्हों शुरू होया अज 9वां दिन हो चुकिया। असीं हर रोज ਵੱਖੋ ਵੱਖ ਕਲਾਕਾਰਾਂ ਨੂੰ ਤੁਹਾਡੀ ਪੇਸ਼ੇ ਖਿਦਮਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਥੀਏਟਰ ਜਗਤ ਦਾ ਉਹ ਨਾਮੀ ਚਿਹਰਾ ਅੱਜ ਅਸੀਂ ਤੁਹਾਡੀ ਨਜ਼ਰ ਕਰਾਂਗੇ, ਉਸ ਕਲਾਕਾਰ ਨੂੰ ਨਜ਼ਰ ਕਰਾਂਗੇ ਜਿਹੜਾ ਆਪਣੀ ਕਲਾ ਦੇ ਨਾਲ ਸਾਡਾ ਸਭ ਦਾ ਮਨੋਰੰਜਨ ਵੀ ਕਰੇਗਾ। ਇਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਬੋਹੀਮੀਅਨਸ, ਖਾਸ ਤੌਰ ਤੇ ਬਾਈ ਗੁਰਵਿੰਦਰ, ਜਿਨ੍ਹਾਂ ਨੇ ਇਹ ਕੰਮ ਕਰਨ ਦਾ ਸੋਚਿਆ, ਕਿਉਂਕਿ ਅੱਜ ਹਰ ਇੱਕ ਚੈਨਲ ਲੱਗਿਆ ਹੋਇਆ ਆ, ਆਨਲਾਈਨ ਇੰਟਰਵਿਊਜ਼ ਚੱਲ ਰਹੀਆਂ ਨੇ, ਆਨਲਾਈਨ ਸਭ ਕੁਝ ਚੱਲ ਰਿਹਾ, ਪਰ ਥੀਏਟਰ ਦੇ ਪ੍ਰੇਮੀ ਜਿਹੜੇ ਸੀਗੇ ਨਾ, ਜਿਹੜੇ ਰੰਗ ਕਰਮੀ ਸੀ, ਉਹ ਬੜੇ ਮਾਯੂਸ ਸੀਗੇ ਕਿ ਯਾਰ ਸਾਡੇ ਦਿਨ ਕਦੋਂ ਆਉਣਗੇ, ਅਸੀਂ ਭਰਿਆ ਹੋਇਆ ਥੀਏਟਰ ਕਦੋਂ ਵੇਖਾਂਗੇ। ਖੈਰ ਥੀਏਟਰ ਭਰਨ ਨੂੰ ਕੁਝ ਟਾਈਮ ਲੱਗ ਸਕਦਾ, ਪਰ ਅਸੀਂ ਫੇਸਬੁੱਕ ਦੇ ਉੱਤੇ ਬੋਹੀਮੀਅਨਸ ਦਾ ਜਿਹੜਾ ਪੇਜ ਆ ਉਹਦੇ ਉੱਤੇ ਜਿਹੜਾ ਇਹ ਲਾਈਵ ਰੰਗਮੰਚ ਦਾ ਪ੍ਰੋਗਰਾਮ ਚੱਲਦਾ ਆ, ਇਹਦੇ ਉੱਤੇ ਅਸੀਂ ਜੁੜ ਬੈਠਣਾ ਆ। ਸੋ ਫੀਲਿੰਗ ਸਾਡੀ ਉਹੀ ਰਹਿਣੀ ਆ ਜੋ ਇੱਕ ਥੀਏਟਰ ਦੇ ਵਿੱਚ ਜਾ ਕੇ ਅਸੀਂ ਵੇਖਦੇ ਆ। ਕਹਿੰਦੇ ਵੱਡਿਆਂ ਦਾ ਆਸ਼ੀਰਵਾਦ ਸਿਰ ਤੇ ਹੋਣਾ ਬੜਾ ਲਾਜ਼ਮੀ ਆ। ਸਾਡੇ ਵੱਡੇ ਉਹ ਬੰਦੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬੜਾ ਤਜਰਬਾ ਖੱਟਿਆ ਆ, ਤੇ ਜਦੋਂ ਤਜਰਬਾ ਥੀਏਟਰ ਜਗਤ ਦੇ ਬੰਦੇ ਨੇ ਖੱਟਿਆ ਹੋਵੇ ਤੇ ਥੀਏਟਰ ਦੀ ਗੱਲ ਕਰਨ ਵਾਲਾ ਹੋਵੇ, ਫਿਰ ਤਾਂ ਅਸੀਂ ਕਹਿ ਸਕਦੇ ਹਾਂ ਨਾ ਕਿ ਰੱਬ ਦਾ ਰੂਪ ਹੀ ਸਾਨੂੰ ਕੁਝ ਦੱਸਣ ਆ ਗਿਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸ ਨੇ, ਜਿਸ ਸ਼ਖਸੀਅਤ ਨੇ ਸੁਨਹਿਰੀ ਬੋਲਾਂ ਦੇ ਨਾਲ ਸਾਨੂੰ ਨਿਵਾਜਣਾ ਹੈ, ਉਹ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਹੋ ਚੁੱਕੇ ਨੇ ਜੀ। ਉਹਨਾਂ ਨੇ ਪਦਮ ਸ਼੍ਰੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਅਵਾਰਡਸ ਹਾਸਲ ਕੀਤੇ ਨੇ। ਉਹ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਨੇ, ਨਿਰਦੇਸ਼ਕ ਵੀ ਨੇ, ਚਿੰਤਕ ਵੀ ਨੇ, ਵਿਦਵਾਨ ਵੀ ਨੇ ਤੇ ਰਾਈਟਰ ਵੀ ਨੇ। ਉਹਨਾਂ ਦੇ ਸੁਨਹਿਰੀ ਬੋਲਾਂ ਦੇ ਨਾਲ ਅਸੀਂ ਰੂਬਰੂ ਹੋਣਾ, ਪਰ ਇੱਕ ਚੀਜ਼ ਤਾਂ ਰਹਿ ਗਈ, ਕਿਉਂਕਿ ਸਾਡੇ ਨਾਲ ਜਿਹੜੇ ਸਾਡੇ ਦਰਸ਼ਕ ਜੁੜਦੇ ਨੇ ਨਾ, ਉਹ ਤਾਂ ਜਾਣਦੇ ਨੇ ਕਿ ਅਸੀਂ ਪ੍ਰੋਗਰਾਮ ਨੂੰ 4 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲਾਂ ਸੁਨਹਿਰੀ ਬੋਲ ਹੁੰਦੇ ਨੇ, ਜਿਹੜੇ ਦੀ ਮੈਂ ਗੱਲ ਕਰ ਰਿਹਾ ਸੀਗਾ, ਹਨਾ, ਕਿ ਸਾਡੇ ਮਾਹਿਰ ਸਾਡੇ ਨਾਲ ਸਾਂਝਾ ਕਰਦੇ ਨੇ। ਉਸ ਤੋਂ ਬਾਅਦ ਅਸੀਂ ਹੁੰਨੇ ਆ ਜੀ ਰੂਬਰੂ। ਅੱਜ ਦੇ ਖਾਸ ਮਹਿਮਾਨ ਦੇ ਨਾਲ ਅਸੀਂ ਰੂਬਰੂ ਹੋਵਾਂਗੇ। ਰੂਬਰੂ ਹੋਣ ਤੋਂ ਬਾਅਦ ਪੇਸ਼ੇ ਨਜ਼ਰ ਸਾਡਾ ਸੈਗਮੈਂਟ ਆ, ਉਸ ਦੇ ਵਿੱਚ ਉਹਨਾਂ ਦੀ ਪੇਸ਼ਕਾਰੀ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਲਈ ਸਾਡੇ ਮੋਬਾਈਲਸ ਦੇ ਉੱਤੇ, ਸਾਡੇ ਲੈਪਟਾਪਸ ਦੇ ਉੱਤੇ ਹਾਜ਼ਰ ਹੁੰਦੀ ਹੈ। ਤੇ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਚਰਚਾ ਕਰਦੇ ਹਾਂ ਅਸੀਂ ਉਹਨਾਂ ਗੱਲਾਂ ਦੀ, ਉਹਨਾਂ ਸਵਾਲਾਂ ਦੀ ਜਿਹੜੇ ਤੁਸੀਂ ਸਾਨੂੰ ਕਮੈਂਟਸ ਦੇ ਰਾਹੀਂ ਭੇਜਦੇ ਹੋ। ਸੋ ਇਹ ਬਿਲਕੁਲ ਨਹੀਂ ਸੋਚਣਾ ਹੈਗਾ ਕਿ ਥੀਏਟਰ ਨਾਲੋਂ ਕੁਝ ਵੀ ਵੱਖਰਾ, ਸਭ ਕੁਝ ਉਹੀ ਹੈ। ਥੀਏਟਰ ਦੇ ਵਿੱਚ ਜਿਵੇਂ ਨਾਟਕ ਤੋਂ ਬਾਅਦ ਅਸੀਂ ਕੁਝ ਵੀ ਪੁੱਛ ਸਕਦੇ ਹਾਂ, ਹਨਾ, ਉਸੇ ਤਰੀਕੇ ਦੇ ਨਾਲ ਅਸੀਂ ਕਮੈਂਟ ਕਰਨਾ ਆ। ਕੋਈ ਵੀ ਗੱਲ ਤੁਸੀਂ ਪੁੱਛਣੀ ਹੈ ਸਾਡੇ ਅੱਜ ਦੇ ਮਹਿਮਾਨ ਤੋਂ ਕੋਲੋਂ ਤੁਸੀਂ ਪੁੱਛ ਸਕਦੇ ਹੋ। ਸੋ ਪਹਿਲਾ ਸੈਗਮੈਂਟ ਸ਼ੁਰੂ ਕਰਦੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਜਿੱਦਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਹੀ ਰਿਹਾ ਸੀਗਾ ਕਿ ਸਾਡੇ ਅੱਜ ਦੇ ਸੁਨਹਿਰੀ ਬੋਲ ਸਾਨੂੰ ਨਿਵਾਜਣ ਵਾਲੇ ਜਿਹੜੇ ਸ਼ਖਸ ਨੇ ਉਹ ਬੇहद ਖਾਸ ਨੇ, ਪਦਮ ਸ਼੍ਰੀ ਨੇ। ਮੈਂ ਗੱਲ ਕਰ ਰਿਹਾ ਸੀਗਾ ਸ਼੍ਰੀ ਰਾਮ ਗੋਪਾਲ ਬਜਾਜ ਹੋਰਾਂ ਦੀ, ਜਿਨ੍ਹਾਂ ਦਾ ਪੰਜਾਬੀ ਥੀਏਟਰ ਦੇ ਨਾਲ ਵੀ ਰਿਸ਼ਤਾ ਰਿਹਾ। ਬੇਸ਼ੱਕ ਰਿਸ਼ਤਾ ਥੋੜਾ ਰਿਹਾ, ਪਰ ਰਿਸ਼ਤਾ ਬੇहद ਕਮਾਲ ਦਾ ਰਿਹਾ। ਉਹਨਾਂ ਨੇ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਆ, ਹੁਣ ਵੀ ਕਰ ਰਹੇ ਨੇ। ਬੜੇ ਕਮਾਲ ਦੇ ਉਹ ਇਨਸਾਨ ਨੇ, ਰੰਗਮੰਚ ਦੇ ਨਾਲ ਅਥਾਹ ਪਿਆਰ। ਸੋ ਆਓ ਬਿਨਾਂ ਦੇਰ ਕੀਤਿਆਂ ਸੁਣਦੇ ਹਾਂ
ਮਾਣਦੇ ਹਾਂ ਉਹਨਾਂ ਦੇ ਵੱਲੋਂ ਨਿਵਾਜੇ ਸੁਨਹਿਰੀ ਬੋਲ। नमस्कार सरदार साहब, बहुत बहुत धन्यवाद, आपने मुझे याद किया। ये पंजाबी का रूबरू 20 दिन का जो आप ऑनलाइन थिएटर फेस्टिवल कर रहे हैं उसके लिए मेहरबानी आपकी, और आपके इस फेस्टिवल की कामयाबी के लिए बहुत 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 शुभकामना ते लख लख बधाइयाँ। वैसे अब तो पंजाबी थिएटर से मेरा वास्ता उतना नहीं रहा, लेकिन किसी वक्त हुआ था। 73 में मैं ड्रामा डिपार्टमेंट चंडीगढ़ में आया था, 2-4 महीने रह करके लौट आया था। लेकिन फिर 1976 में पंजाब रेपर्टरी ने मुझे बुलाया था और मैंने वहाँ पंजाबी में नाटक किया। एक गुरुदेव रविन्द्रनाथ ठाकुर का नाटक मुक्तधारा के नाम से। मेरे मन में अफसोस रह गया कि मैं पंजाबी का नाटक नहीं कर पाया। कई मसले थे, इस वक्त बात नहीं कर सकता वो, लेकिन मैं संत सिंह सेखों जी का नाटक बयासार नकाई या बारिशा मेरे मन में रहा। फिर 79 में जब पटियाले गया थिएटर डिपार्टमेंट में मुखी होकर, तो वहां मैंने आषाढ़ का एक दिन मोहन राकेश का पंजाबी में किया, हाड़ दा एक दिन ते बैकेट का वेटिंग फॉर गोदो करवाया पंजाबी। इन सारी बातों से मेरे मन में एक बात आई कि पंजाबी भाषा में उस जगह में एक सब्लिमेशन है, भाषा में एक गूंज है। उस गूंज का मैं बड़ा कायल हूं और उम्मीद करता हूं कि इस कोरोना काल के बावजूद और उसके बाद भी पंजाबी में थिएटर और होगा, और सिर्फ थिएटर डिपार्टमेंटों में नहीं, जिस तरह से केवल ढालीवाल और बहुत सारे लोग कर रहे हैं, कुछ मंडलियां और बनेंगी और बननी चाहिए, क्योंकि पंजाब हमारी संस्कृत की विचार भूमि है। बहुत सारा इतिहास है जिसने बहुत सारे झकझोले कर दिए, लेकिन पंजाब से बड़ी उम्मीदें हैं और बड़ा जज्बा है वहां, और उम्मीद करता हूं कि वो गुरुओं की बानी के साथ और आगे बढ़ेगा। और हाँ सरदार साहब, ये आज 29 तारीख है, तो आपने मुझे बताया कि बबली इरपिंदर कौर कर रही है नाटक आपका। वो हमारी शागिर्द भी रही है, बहुत अच्छी एक्ट्रेस है, और उसने भी मेरे कहने से और फिर बाद में खुद से भी वारिस शाह का एक हिस्सा वहां किया था। और मैं समझता हूं कि इसके साथ मैं अपनी बात पूरी कर सकता हूं, और कभी आना होगा तो आप लोगों से मुलाकात होगी। सबको बहुत बहुत सलाम, फिर से मेहरबानी, मैंने तुझसे सद्या ते प्रणाम। ਇਹ ਸਨ ਬਜਾਜ ਸਾਹਿਬ। ਬਜਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਖੂਬਸੂਰਤ ਲਫ਼ਜ਼ਾਂ ਦੇ ਨਾਲ ਸਾਨੂੰ ਸਭ ਨੂੰ ਨਵਾਜਿਆ। ਸੋ ਹੁਣ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਪੈਰ ਪਾ ਲਿਆ ਜੀ। ਅਗਲਾ ਸੈਗਮੈਂਟ ਹੈਗਾ ਰੂਬਰੂ, ਤੇ ਮੈਂ ਰੂਬਰੂ ਦੇ ਵਿੱਚ ਜਿਹੜੇ ਫਨਕਾਰ ਨੂੰ ਤੁਹਾਡੇ ਰੂਬਰੂ ਕਰਾਉਣਾ, ਮੈਂ ਵੇਖ ਰਿਹਾ ਸੀਗਾ ਕਿ ਫੇਸਬੁੱਕ ਦੇ ਉੱਤੇ ਕਮੈਂਟ ਤੁਹਾਡੇ ਆ ਰਹੇ ਨੇ, ਤੇ ਤੁਸੀਂ ਤਾਂ ਆਲਰੇਡੀ ਉਹਨਾਂ ਨੂੰ ਸਲਾਮ ਭੇਜੀ ਜਾ ਰਹੇ ਹੋ, ਹਨਾ, ਹੈਲੋ ਭੇਜੀ ਜਾ ਰਹੇ ਹੋ, ਤੇ ਬਾਕੀ ਰਹਿੰਦੀ ਖੁੰਦੀ ਗੱਲ ਜਿਹੜੀ ਆ ਬਜਾਜ ਸਾਹਿਬ ਨੇ ਕਰਤੀ ਕਿ ਬਬਲੀ ਹੋਰੀ ਆ ਰਹੇ। ਸੋ ਵੈਲਕਮ ਕਰਦੇ ਆ ਹਰਵਿੰਦਰ ਕੌਰ ਬਬਲੀ, ਜਿਹੜੇ ਅੱਜ ਦੇ ਸਾਡੇ ਆਰਟਿਸਟ ਨੇ। ਮੈਮ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਅੱਛਾ, ਮੈਂ ਤੁਹਾਡਾ ਸਵਾਗਤ ਕੀਤਾ ਨਹੀਂ, ਪਰ ਤੁਹਾਡਾ ਸਵਾਗਤ ਆਲਰੇਡੀ ਹੋ ਗਿਆ। ਕਮਾਲ ਦੀ ਗੱਲ ਹੈ ਨਾ। ਜੀ ਅੱਛਾ ਬਬਲੀ ਜੀ, ਨਾਲ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਇੱਕ ਵਾਰੀ ਦਰਸ਼ਕਾਂ ਦੇ ਨਾਲ ਫੇਰ ਸਾਂਝ ਪਾਉਂਦੇ ਹਾਂ ਕਿ ਅਸੀਂ ਫੇਸਬੁੱਕ ਤੇ ਰਾਹੀਂ ਜੁੜੇ ਹਾਂ ਤੁਹਾਡੇ ਨਾਲ, ਤੇ ਸਾਡੇ ਨਾਲ ਬੜੇ ਦਰਸ਼ਕ ਜਿਹੜੇ ਆ ਆਲਰੇਡੀ ਜੁੜ ਚੁੱਕੇ ਨੇ, ਤੇ ਹੋਰ ਜੇ ਕੋਈ ਦੋਸਤ ਮਿੱਤਰ ਰਹਿ ਗਿਆ ਤਾਂ ਉਹਨੂੰ ਅਸੀਂ ਸ਼ੇਅਰ ਕਰ ਸਕਦੇ ਹਾਂ, ਲਿੰਕ ਭੇਜ ਸਕਦੇ ਹਾਂ। ਜਗਜੀਤ ਸਰੀਨ ਹੋਰੀ ਸਾਡਾ ਵੈਲਕਮ ਕਰਦੇ ਨੇ, ਕੁਲਦੀਪ ਸਿੰਘ ਲੱਗੇ ਹੋਏ ਨੇ ਸਾਡੇ ਨਾਲ ਲਗਾਤਾਰ
ਸਾਨੂੰ ਹੱਲਾਸ਼ੇਰੀ ਦੇ ਰਹੇ ਨੇ। ਸੁਖਵਿੰਦਰ ਕੌਰ ਜੀ, ਰਾਜਨ ਸਿਆਲ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜੇ ਨੇ, ਜਗਮੋਹਨ ਸਿੰਘ, ਅਨੂਪ ਲੱਥਰ। ਤੇ ਇੱਕ ਹੋਰ ਬੜੀ ਕਮਾਲ ਦੀ ਗੱਲ ਆ ਨਾ, ਸਾਡੇ ਕੱਲ ਦੇ ਗੈਸਟ ਜਿਹੜੇ ਨੇ ਉਹ ਅੱਜ ਸਾਨੂੰ ਘਰ ਬਹਿ ਕੇ ਵੇਖ ਰਹੇ ਨੇ। ਗੁਰਿੰਦਰ ਮਕਨਾ ਬੇਸ਼ੱਕ ਕੱਲ ਵੀ ਘਰੋਂ ਜੁੜੇ ਸੀ, ਪਰ ਕੱਲ ਅਸੀਂ ਉਹਨਾਂ ਦੀ ਪਰਫਾਰਮੈਂਸ ਦੇਖ ਰਹੇ ਸੀਗੇ ਤੇ ਅੱਜ ਉਹ ਹਰਵਿੰਦਰ ਕੌਰ ਬਬਲੀ ਹੋਰਾਂ ਦੀ ਪਰਫਾਰਮੈਂਸ ਵੇਖਣ ਲਈ ਬਤਾਵ ਨੇ। ਬਬਲੀ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਫਿਰ ਪਰਫਾਰਮੈਂਸ ਵੱਲ ਬਾਅਦ ਚ ਆਉਂਦੇ ਹਾਂ ਜੀ। ਬਬਲੀ ਕਲਾਕਾਰ ਕਿਵੇਂ ਬਣੀ? ਬਬਲੀ ਦੇਖੋ ਜੀ, ਕਲਾਕਾਰ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਲਾਕਾਰ ਬਣੂਗੀ। ਬਣਨਾ ਤੇ ਜਦੋਂ ਬਚਪਨ ਦੇ ਵਿੱਚ ਹੁੰਦਾ ਹੈ ਕਿ ਮਾਂ-ਬਾਪ ਇਹ ਚਾਹੁੰਦੇ ਨੇ ਇੰਜੀਨੀਅਰ ਬਣੇ ਕੁੜੀ, MBBS ਡਾਕਟਰ ਬਣੇ ਜੀ, ਹਨਾ, ਕੋਈ ਨਾ ਕੁਛ ਏਦਾਂ ਦੇ ਉਹਨਾਂ ਦੇ ਸੁਪਨੇ ਹੁੰਦੇ ਨੇ। ਪਰ ਜਦੋਂ ਬਚਪਨ ਦੇ ਵਿੱਚ ਆਪਾਂ ਛੋਟੇ-ਛੋਟੇ ਖੇਡ ਖੇਡਦੇ ਹਾਂ ਤੇ ਖੇਡਾਂ ਦੇ ਵਿੱਚ ਏਦਾਂ ਗਾਉਣਾ ਵਜਾਉਣਾ, ਨੱਚਣਾ ਟੱਪਣਾ ਹੋ ਗਿਆ ਤੇ ਨੱਚਣ ਟੱਪਣ ਦੇ ਨਾਲ ਹੀ ਫਿਰ ਉਦੋਂ ਕਾਲਜ ਦੇ ਵਿੱਚ ਛੋਟੇ-ਛੋਟੇ ਨਾਟਕ ਕਰਨੇ ਸ਼ੁਰੂ ਕਰ ਦਿੱਤੇ, ਸਕਿੱਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਫਿਰ ਘਰਦਿਆਂ ਨੇ ਤੇ ਸੋਚਿਆ ਨਹੀਂ ਸੀ ਇਸ ਤਰ੍ਹਾਂ, ਤੇ ਮੈਡੀਕਲ ਰਖਵਾ ਦਿੱਤਾ ਸੀਗਾ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੁਝ ਨਹੀਂ ਕਰਨਾ, ਇਹਨਾਂ ਨੇ ਨਹੀਂ ਪੜ੍ਹਾਈ ਲਿਖਾਈ ਵੱਲ ਉਨਾ ਜ਼ਿਆਦਾ ਖਿਆਲ ਨਹੀਂ ਹੈ, ਕਿਉਂਕਿ ਮੈਂ ਬਾਸਕਟਬਾਲ ਵੀ ਖੇਲਦੀ ਸੀਗੀ ਤੇ ਸ਼ਾਮ ਨੂੰ ਬਾਸਕਟਬਾਲ ਖੇਲਣ ਲੱਗ ਪੈਣਾ ਤੇ ਸਵੇਰ ਨੂੰ ਇਹ ਹੋਣਾ ਵੀ ਜਿੱਦਾਂ ਵੀ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਹੈ ਜਾਂ ਗਿੱਧਾ ਭੰਗੜਾ ਸਭ ਤੋਂ ਅੱਗੇ ਜਾ ਕੇ ਕਰਨਾ। ਤੇ ਉਸ ਚੱਕਰ ਦੇ ਵਿੱਚ ਘਰਦਿਆਂ ਨੂੰ ਥੋੜਾ ਜਿਹਾ ਇਹ ਲੱਗਿਆ ਵੀ ਇਹ ਕੁੜੀ ਸਾਡੀ ਪੜ੍ਹਾਈ ਵੱਲ ਉਹਨਾਂ ਜ਼ਿਆਦਾ ਧਿਆਨ ਨਹੀਂ ਦਿੰਦੀ ਜਿੱਦਾਂ ਇਹਨਾਂ ਗੱਲਾਂ ਵੱਲ ਧਿਆਨ ਦਿੰਦੀ। ਤੇ ਬਸ ਫਿਰ ਦਿਮਾਗ ਦੇ ਵਿੱਚ ਉਹ ਖੇਲ ਕੂਦ ਮਤਲਬ ਮਸਤੀ ਵਾਲੀਆਂ ਜਿਹੜੀਆਂ ਚੱਲਦਾ ਰਿਹਾ ਵੀ ਚਲੋ ਪਤਾ ਨਹੀਂ ਸੀਗਾ ਵੀ ਇੰਨੇ ਸੀਰੀਅਸ ਹੋ ਕਰਕੇ ਥੀਏਟਰ ਕਰਨਾ ਮਤਲਬ ਕਰੂੰਗੀ ਮੈਂ ਇੱਕ ਦਿਨ। ਤੇ ਫਿਰ ਬਸ ਕਾਲਜ ਦੇ ਵਿੱਚ ਸ਼ੁਰੂਆਤ ਕੀਤੀ, ਉੱਥੋਂ BA ਕਰਕੇ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆ ਗਈ। ਤੇ ਉੱਥੇ ਪੜ੍ਹਨ ਤੱਕ ਕੁਝ ਹੋਰ ਆਈ ਸੀ, ਪਰ ਜਦੋਂ ਮੈਂ ਦੇਖਿਆ ਕਿ ਥੱਲੇ ਇੱਕ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਵੀ ਹੈ, ਕਿਉਂਕਿ ਜਿੱਥੇ ਮੈਂ ਐਡਮਿਸ਼ਨ ਲੈਣ ਆਈ ਸੀ ਉਹ ਫਸਟ ਫਲੋਰ ਸੀ ਤੇ ਫਸਟ ਫਲੋਰ ਜਿੱਥੋਂ ਚੜ੍ਹਨਾ ਸੀ ਉੱਥੇ ਨਾਲ ਹੀ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਲਿਖਿਆ ਹੋਇਆ ਸੀ। ਤੇ ਬਸ ਫਿਰ ਉਸ ਤੋਂ ਅੱਗੇ ਗਈ ਨਹੀਂ, ਮੈਂ ਉੱਥੇ ਹੀ ਟਿਕ ਗਈ। ਮਤਲਬ ਹਰ ਵਾਰ ਕਰਨ ਕੁਛ ਜਾਂਦੇ ਸੀ, ਹੋ ਕੁਛ ਜਾਂਦਾ ਸੀਗਾ ਤੇ ਇਹ ਵੀ ਨਹੀਂ ਸਾਨੂੰ ਖੁਦ ਵੀ ਨਹੀਂ ਮੈਨੂੰ ਪਤਾ ਸੀਗਾ ਵੀ ਏਦਾਂ। ਤੇ ਮੈਂ ਫਿਰ ਬਸ ਉੱਥੇ ਡਰਾਮਾ ਡਿਪਾਰਟਮੈਂਟ ਦੇ ਵਿੱਚ ਬੜਾ ਇੰਟਰਸਟਿੰਗ ਜਿਹਾ ਕਿੱਸਾ, ਮੈਂ ਪੁੱਛਦੀ ਸੀ ਵੀ ਆਹ ਕਿਹੜਾ ਡਿਪਾਰਟਮੈਂਟ ਹੈ, ਉਹ ਕਹਿੰਦੇ ਵੀ ਇਹ ਡਰਾਮਾ। ਮੈਂ ਕਿਹਾ ਹਾਂ ਉੱਥੇ ਦਿਖਦਾ ਵੀ ਉੱਪਰ ਲਿਖਿਆ ਹੋਇਆ, ਪਰ ਇੱਥੇ ਮਤਲਬ ਇੱਥੇ ਨਾਟਕ ਵੀ ਹੁੰਦੇ ਨੇ। ਤੇ ਮੈਂ ਕਿਹਾ ਹਾਂ ਨਾਟਕ ਦੀ ਵੀ MA ਹੁੰਦੀ ਹੈ। ਵੀ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਵੀ ਨਾਟਕ ਦੀ ਵੀ MA ਹੁੰਦੀ ਹੈ, ਮੈਂ ਹੁਣ ਕੋਈ MA ਨਹੀਂ ਕਰਨੀ, ਹੋਰ ਕੋਈ ਪੜ੍ਹਾਈ ਨਹੀਂ ਕਰਨੀ, ਹੁਣ ਤਾਂ ਇਹੀਓ ਕਰਨੀ ਹੈ। ਬਸ ਉੱਥੇ ਕਿਉਂਕਿ ਮੈਂ ਫਾਰਮ ਸਾਰੇ ਭਰਵਾਉਂਦੇ ਸੀ, ਉਹ ਕਰ ਲਿਆ ਔਰ ਸ਼ਾਮ ਤੱਕ ਉੱਥੇ ਆਪਣੀ ਐਡਮਿਸ਼ਨ ਵਗੈਰਾ ਦੀ ਪਤਾ ਵੀ ਲੱਗਿਆ ਸਾਨੂੰ ਵੀ ਆਪਣੀ ਸਿਲੈਕਸ਼ਨ ਹੋ ਗਈ। ਘਰ ਜਾ ਕੇ ਜਦੋਂ ਘਰ ਗਈ ਤੇ ਬਸ ਫਿਰ ਇਹ ਸੀ ਵੀ ਹਿੰਮਤ ਕਿੱਦਾਂ ਜਟਾਉਣੀ ਹੈ ਘਰ ਚ। ਘਰ ਫਾਦਰ ਸਾਹਿਬ ਸੀਗੇ, ਬ੍ਰਦਰ ਸੀਗੇ, ਉਹਨਾਂ ਨੂੰ ਬਸ ਇੰਨਾ ਕਹਿਤਾ ਜਾ ਕੇ ਕਿ ਹੋ ਗਈ ਐਡਮਿਸ਼ਨ। ਬੜੇ ਖੁਸ਼ ਨੇ ਉਹ, ਬੜਾ ਅੱਛਾ ਬਸ ਚਲੋ ਹੁਣ ਤਾਂ MSc ਹੋ ਜਾਣੀ ਇਹਦੀ ਜੀਓਗ੍ਰਾਫੀ ਦੀ ਤੇ ਬਸ ਪੜ੍ਹਾਈ ਪੂਰੀ ਹਾਇਰ ਐਜੂਕੇਸ਼ਨ। ਤੇ ਮੈਂ ਕਿਹਾ ਨਹੀਂ ਜੀਓਗ੍ਰਾਫੀ ਮੈਂ ਤੇ ਨਾਟਕ ਦੇ ਵਿੱਚ ਜਾਣਾ। ਉਹ ਸਾਰੇ ਕਹਿੰਦੇ ਨਾਟਕ ਮਤਲਬ ਮੈਨੂੰ ਥੀਏਟਰ ਐਂਡ ਟੈਲੀਵਿਜ਼ਨ ਦੀ MA ਉਹ ਕਰਕੇ ਮੈਂ ਉਹਦੇ ਵਿੱਚ ਭਰ ਕੇ ਆ ਗਈ। ਬਸ ਜੀ 2-3-4 ਦਿਨ ਤੱਕ ਤਾਂ ਸਾਡੇ ਘਰ ਦੇ ਵਿੱਚ ਮਤਲਬ ਐ ਹੋ ਗਿਆ ਵੀ ਪਤਾ ਨਹੀਂ ਸ਼ਾਂਤੀ ਜੀ ਹੋ ਗਈ। ਔਰ ਇਹ ਫਿਰ ਮੇਰੇ ਜੀਓਗ੍ਰਾਫੀ ਦੇ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੇ ਹੀ ਮੇਰੇ ਘਰਦਿਆਂ ਨੂੰ ਇਹ ਕਿਹਾ ਵੀ ਦੇਖੋ ਉਹਨੂੰ ਜ਼ਬਰਦਸਤੀ ਨਾ ਤੁਸੀਂ ਕਰੋ, ਇਹਨੇ ਨਾਟਕ ਕਰਨਾ, ਇਹਦੇ ਅੰਦਰ ਜਿਹੜਾ ਕੁਝ ਮਚ ਰਿਹਾ ਉਹ ਨਾਟਕ ਹੈ। ਤੇ ਬਸ ਉਸ ਤੋਂ ਬਾਅਦ ਫਿਰ ਮੈਂ ਮਤਲਬ ਘਰਦਿਆਂ ਨੇ ਵੀ ਮੰਨ ਲਿਆ। ਫਿਰ ਜਦੋਂ ਪਟਿਆਲਾ ਯੂਨੀਵਰਸਿਟੀ ਵਿੱਚ ਆਈ ਤੇ ਉਹਨਾਂ ਨੂੰ ਫਿਰ ਜਦੋਂ ਅੱਛੇ ਨਾਟਕ ਕੀਤੇ, ਅਖਬਾਰਾਂ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੂੰ ਲੱਗਿਆ ਵੀ ਹਾਂ ਕੁੜੀ ਠੀਕ ਹੈ, ਉਹਦੇ ਵਿੱਚ ਚੱਲ ਗਈ ਹੈ ਤੇ ਠੀਕ ਹੈ। ਫਿਰ ਬਸ ਉੱਥੇ ਰਹਿੰਦੇ ਮੇਰੇ ਟੀਚਰ ਜਿਹੜੇ ਸੀਗੇ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਨਾ ਡਰਾਮਾ ਡਿਪਾਰਟਮੈਂਟ ਦੇ ਵਿੱਚ ਜਾਣਾ ਚਾਹੀਦਾ। ਵੀ ਮੇਰੇ ਲਈ ਤਾਂ ਨਾ ਇੱਕ ਤੋਂ ਬਾਅਦ ਇੱਕ ਉਹ ਜਿਹੜਾ ਹੁੰਦਾ ਨਾ ਸਟੈਪ ਉਹ ਵੱਧਦਾ ਗਿਆ ਔਰ ਬ੍ਰੇਨ ਵੀ ਉਦਾਂ ਹੁੰਦਾ ਗਿਆ ਵੀ ਅੱਛਾ ਇਸ ਤੋਂ ਬਾਅਦ ਵੀ ਹੋਰ ਪੜ੍ਹਾਈ ਹੈ। ਤੇ ਕਿਉਂਕਿ ਵੈਸੇ MA ਕਰਨ ਤੋਂ ਬਾਅਦ 2 ਸਾਲ ਦੇਖੋ ਨਾਟਕ ਦੇ, ਅਗਰ ਤੁਸੀਂ ਨਾਟਕ ਵਿੱਚ ਆਉਣਾ 2 ਸਾਲ ਕਾਫੀ ਨਹੀਂ ਹੁੰਦੇ। ਤੇ ਬਸ ਫਿਰ ਕੀ ਸੀ ਕਿ ਨੈਸ਼ਨਲ ਸਕੂਲ ਆਫ ਡਰਾਮਾ ਗਈ, ਉੱਥੇ ਵੀ ਮਤਲਬ ਐਂਟਰੀ ਬੜੀ ਮੁਸ਼ਕਿਲ ਹੁੰਦੀ ਹੈ ਤੁਹਾਡੀ। ਤੇ ਪਰ ਫਿਰ ਵੀ ਹੁੰਦਾ ਨਾ ਕਿ ਇੱਕ ਜਦੋਂ ਤੁਸੀਂ ਠਾਣ ਲੈਂਦੇ ਆ ਵੀ ਆਹ ਕਰਨਾ ਹੈ ਤੇ ਬਸ ਕਰਨਾ ਹੈ, ਉਹ ਠਾਣ ਲਿਆ ਸੀਗਾ। ਤੇ ਉੱਥੇ ਵੀ ਬੜੀ 3-4 ਦਿਨ ਉੱਥੇ ਰਹੀ ਮੈਂ, ਕਿਉਂਕਿ ਪ੍ਰੋਸੈਸ ਬੜਾ ਲੰਬਾ ਹੁੰਦਾ ਉਹਨਾਂ ਦਾ, ਵਰਕਸ਼ਾਪਸ ਵਗੈਰਾ ਹੁੰਦੀਆਂ ਨੇ ਇਹ। ਤੇ ਬਸ ਉੱਥੇ ਐਡਮਿਸ਼ਨ ਹੋ ਗਈ ਮੇਰੀ। ਪਰ ਕਿਉਂਕਿ ਮੇਰੀ MA ਦੇ ਐਗਜ਼ਾਮ ਵੀ ਚੱਲ ਰਹੇ ਸੀਗੇ
ਤੇ ਮੈਂ ਉਦੋਂ ਮਿਸਿਸ ਕੀਰਤੀ ਜੈਨ ਸੀਗੇ ਉੱਥੇ ਡਾਇਰੈਕਟਰ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਮ ਮੇਰੇ ਤੇ ਐਗਜ਼ਾਮ ਵੀ ਹੈ ਇਹ, ਤੇ ਫਿਰ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ 1 ਮਹੀਨਾ ਲੇਟ ਆਈ ਸੀਗੀ ਆਪਣੇ ਐਗਜ਼ਾਮ ਵਗੈਰਾ ਦੇ ਕੇ, ਆਪਣਾ ਨੈਟ ਵੈਟ ਕਲੀਅਰ ਕਰਕੇ ਤੇ ਫਿਰ ਆਈ ਸੀ। ਫਿਰ ਮੇਰਾ ਜਿਹੜਾ ਦੌਰ ਸੀ ਦਿੱਲੀ ਦਾ, ਦਿੱਲੀ ਮੇਰੇ ਵਾਸਤੇ ਇੱਕ ਸੁਪਨਾ ਸ਼ਹਿਰ ਹੁੰਦਾ ਸੀਗਾ ਇਹ, ਕਿਉਂਕਿ ਜਦੋਂ ਵੀ ਆਪਾਂ ਪੰਜਾਬ ਤੋਂ ਜਾਈਦਾ ਵੀ ਦਿੱਲੀ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਮਤਲਬ ਇਟ ਇਜ਼ ਅ ਡ੍ਰੀਮ, ਇਟ ਵਾਸ ਅ ਡ੍ਰੀਮ। ਤੇ ਉਹ ਜਦੋਂ ਤੁਹਾਡਾ ਡ੍ਰੀਮ ਪੂਰਾ ਹੁੰਦਾ, ਤੇ ਮੈਂ ਮਤਲਬ ਕਾਫੀ ਦਿਨ ਤਾਂ ਮੈਂ ਉਸ ਨਸ਼ੇ ਦੇ ਵਿੱਚ ਰਹੀ ਕਿ ਮੈਂ ਨਾਟਕ ਕਰੂੰਗੀ, ਮੈਂ ਨਾਟਕ ਕਰੂੰਗੀ। ਤੇ ਉਹ ਫਿਰ ਜਦੋਂ ਸਿਲਸਿਲਾ ਸ਼ੁਰੂ ਹੋਇਆ, ਹੌਲੀ 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 ਪਤਾ ਲੱਗਿਆ ਵੀ ਜਿਹਨੂੰ ਆਪਾਂ ਨਾਟਕ ਨੂੰ ਐਂ ਸਮਝਦੇ ਵੀ ਸਟੇਜ ਤੇ ਚੜ੍ਹ ਕੇ ਕਰ ਲੈਣਾ, ਨੋ ਇਟ ਇਜ਼ ਨਾਟ ਲਾਈਕ ਦੈਟ। ਇਹ ਜਿਹੜਾ ਪ੍ਰੋਸੈਸ ਸੀਗਾ ਉਹਦਾ, ਕਿੱਦਾਂ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ, ਕਿੱਦਾਂ ਤੁਹਾਡੀ ਆਪਣੀ ਬਾਡੀ ਨੂੰ ਤੁਸੀਂ ਟਿਊਨ ਕਰਦੇ ਹੋ, ਤੇ ਕਿੱਦਾਂ ਤੁਹਾਡੀਆਂ ਵੌਇਸ ਐਕਸਰਸਾਈਜ਼ ਹੁੰਦੀਆਂ ਨੇ, ਕਿਵੇਂ ਤੁਸੀਂ ਮਤਲਬ ਕਿੱਥੋਂ ਕਿੱਥੋਂ ਦਾ ਪੂਰੇ ਵਰਲਡ ਦਾ ਤੁਸੀਂ ਉੱਥੇ ਡਰਾਮਾ ਪੜ੍ਹਦੇ ਹੋ, ਤੁਹਾਨੂੰ ਆਪਣੇ ਇੰਡੀਆ ਦੇ ਸਾਰੇ ਜਿੰਨਾ ਵੀ ਮਤਲਬ ਕਲਾਸੀਕਲ ਹੋ ਗਿਆ, ਮਾਡਰਨ ਥੀਏਟਰ, ਜਿੰਨੇ ਵੀ ਤੁਹਾਡੇ ਡਰਾਮਾਸ ਹੁੰਦੇ ਉਹਦੀ ਨੌਲੇਜ ਹੁੰਦੀ ਹੈ। ਤੇ ਮਤਲਬ ਐ ਲੱਗਿਆ ਵੀ ਮੈਨੂੰ ਜਿੱਦਾਂ ਨੌਲੇਜ ਦਾ ਇੱਕ ਭੰਡਾਰ ਮਿਲ ਗਿਆ, ਉਹ ਖੁੱਲ ਗਿਆ। ਮਤਲਬ ਸਾਰੇ ਕਹਿੰਦੇ ਨੇ ਨਾ, ਸਾਰੀਆਂ ਗਿਆਨ ਇੰਦਰੀਆਂ ਇੱਕਦਮ ਖੁੱਲ ਗਈਆਂ ਕਿ ਯੈਸ, ਕਿ ਨਾਟਕ ਜਿਹੜਾ ਹੈ ਉਹ ਮਤਲਬ वो ही नहीं है कि ਮੈਨੂੰ ਨਾਟਕ ਸਕ੍ਰਿਪਟ ਮਿਲ ਗਈ, ਮੈਂ ਸਟੇਜ ਤੇ ਚੜ ਕੇ ਡਾਇਲੌਗ ਬੋਲ ਕੇ ਤਾਲੀਆਂ ਲੈ ਲਈਆਂ, ਚਲੋ ਜੀ ਸਟਾਰ। ਮੈਂ ਬਹੁਤ ਬਾਰੀਕੀਆਂ ਦੇ ਨਾਲ ਜਦੋਂ ਤੁਸੀਂ ਸਿੱਖਦੇ ਹੋ, ਤੁਹਾਨੂੰ ਇੰਨੇ ਵੱਡੇ ਵੱਡੇ ਡਾਇਰੈਕਟਰ ਜਿਨ੍ਹਾਂ ਦੇ ਸਿਰਫ ਤੁਸੀਂ ਨਾਮ ਸੁਣੇ ਹੁੰਦੇ ਆ, ਉਹ ਡਾਇਰੈਕਟਰ ਦੇ ਨਾਲ ਤੁਸੀਂ ਕੰਮ ਕਰਦੇ ਹੋ, ਉਹਨਾਂ ਦੇ ਪ੍ਰੋਸੈਸ ਜਿਹੜੇ ਹੁੰਦੇ ਨੇ, ਹਰ ਡਾਇਰੈਕਟਰ ਦਾ ਆਪਣਾ ਪ੍ਰੋਸੈਸ ਹੁੰਦਾ, ਹਰ ਡਾਇਰੈਕਟਰ ਚ ਜਿਹੜਾ ਅਲੱਗ ਦੱਸਦੇ ਨੇ। ਸੋ ਫਿਰ ਉਸ ਤੋਂ ਬਾਅਦ 3 ਸਾਲ ਦਾ ਉਹ ਹੋ ਗਿਆ, ਫਿਰ ਮੈਂ ਚਲੀ ਗਈ ਰਿਪਰਟਰੀ ਕੰਪਨੀ ਦੇ ਵਿੱਚ, ਕਿਉਂਕਿ ਫਿਰ ਮੇਰੀ ਸਿਲੈਕਸ਼ਨ ਰਿਪਰਟਰੀ ਕੰਪਨੀ ਦੇ ਵਿੱਚ ਹੋ ਗਈ। ਨੈਸ਼ਨਲ ਸਕੂਲ ਆਫ ਡਰਾਮਾ ਦੀ ਰਿਪਰਟਰੀ ਕੰਪਨੀ ਹੈ ਆਪਣੀ, ਉੱਥੇ ਜਾ ਕਰਕੇ ਫਿਰ ਜਿਹੜਾ ਮੈਂ ਸਕੂਲ ਦੇ ਵਿੱਚ ਸਿੱਖਿਆ ਉਹਨੂੰ ਲਾਗੂ ਕਰਨ ਦਾ ਮੈਨੂੰ ਉੱਥੇ ਮੌਕਾ ਮਿਲਿਆ, ਐਂਡ ਫਿਰ ਬਹੁਤ ਅੱਛੇ ਨਾਟਕਾਂ ਦੇ ਵਿੱਚ ਲੀਡ ਰੋਲ ਕਰਨ ਨੂੰ ਮਿਲਿਆ, ਫਿਰ ਹੋਰ ਵੀ ਡਾਇਰੈਕਟਰਾਂ ਦੇ ਨਾਲ ਕੰਮ ਕਰਨ ਨੂੰ ਮਿਲਿਆ, ਐਂਡ ਇਟ ਵਾਸ ਅ ਵੰਡਰਫੁਲ ਐਕਸਪੀਰੀਅੰਸ। ਸੋ ਮਾਫੀ ਚਾਹੁੰਦੇ ਆ ਕਿਉਂਕਿ ਤਕਨੀਕੀ ਕਾਰਨਾਂ ਕਰਕੇ ਸਾਡੀ ਵੀਡੀਓ ਜਿਹੜੀ ਰੁਕ ਗਈ ਸੀਗੀ, ਅਸੀਂ ਦੁਬਾਰਾ ਜਿਹੜਾ ਆ ਸ਼ੁਰੂ ਕੀਤਾ। ਸੋ ਦੇਖਿਆ ਫਿਰ ਇਹ ਨਾ ਸਟੇਜ ਤੇ ਜੇ ਹੁੰਦੇ ਤਾਂ ਮੈਨੂੰ ਲੱਗਦਾ ਵੀ ਆ ਤਕਨੀਕੀ ਖਰਾਬੀ ਨਹੀਂ ਸੀ ਆਉਣੀ, ਹੋਰ ਬੇਸ਼ੱਕ ਕੋਈ ਵੀ ਲਾਈਟ ਭੱਜ ਜਾਂਦੀ, ਪਰ ਸਾਡਾ ਜਿਹੜਾ ਆ ਵੀਡੀਓ ਦਾ ਜਿਹੜਾ ਆ ਉਹ ਸਿਲਸਿਲਾ ਉੱਥੇ, ਕਿਉਂਕਿ ਉੱਥੇ ਅਸੀਂ ਲਾਈਵ ਹੋਣਾ ਸੀਗਾ, ਕਿਰਦਾਰ ਆਪਣੇ ਲੈ ਕੇ ਅਸੀਂ ਸਰੀਰਕ ਤੌਰ ਤੇ ਉੱਥੇ ਮੌਜੂਦ ਹੋਣਾ ਸੀ। ਖੈਰ, ਅਸੀਂ ਸਿਸਟਮ ਨਾਲ ਕੁਝ ਨਹੀਂ ਕਰ ਸਕਦੇ ਹੈਗੇ, ਤੇ ਸਾਡੇ ਵਰਗਿਆਂ ਨਾਲ ਤਾਂ ਹਨਾ ਥੀਏਟਰ ਦੇ ਆਰਟਿਸਟ ਜਿਹੜੇ ਨੇ ਉਹਨਾਂ ਨਾਲ ਤਾਂ ਪਹਿਲਾਂ ਹੀ ਸਾਰੇ ਜਣੇ ਲੱਗਦੇ ਨੇ, ਮੈਨੂੰ ਲੱਗਦਾ ਹੁਣ ਇੰਟਰਨੈਟ ਵੀ ਲੱਗਦਾ ਪਹਿਲੇ ਹੀ ਉਹਨਾਂ ਨੂੰ ਕੋਈ ਜੀ ਬਬਲੀ ਜੀ। ਉਹ ਹੁੰਦਾ ਨਾ ਜਿੱਦਾਂ ਅਗਰ ਅਸੀਂ ਸਟੇਜ ਤੇ ਵੀ ਹੁੰਦੇ ਆ, ਤੇ ਜਦੋਂ ਸਡਨਲੀ ਲਾਈਟ ਵੀ ਚਲੇ ਜਾਂਦੀ ਤੇ ਅਸੀਂ ਉੱਥੇ ਸਟਿਲ ਹੋ ਜਾਂਦੇ ਆ ਸਾਰੇ, ਤੇ ਹੁੰਦਾ ਇਹ ਦੇਖੋ, ਇਹ ਜਿਹੜੀਆਂ ਤਕਨੀਕੀ ਚੀਜ਼ਾਂ ਹੈਗੀਆਂ ਨੇ, ਇਹਨਾਂ ਦੇ ਨਾਲ ਤਾਂ ਫਿਰ ਏਦਾਂ ਵਰਤਾਵ ਕਰਨਾ ਹੀ ਪੈਂਦਾ ਹੈ। ਹੁਣ ਜਿੱਦਾਂ ਉੱਥੇ ਵੀ ਜੇ ਤੁਹਾਡੇ ਕੋਲ ਕੁਝ ਇੰਪਰੋਵਾਈਜ਼ ਕਰਦੇ ਹੀ ਅਸੀਂ ਚੀਜ਼ਾਂ ਸਾਰੀਆਂ ਇੰਪਰੋਵਾਈਜ਼, ਪਰ ਇਸ ਜਗ੍ਹਾ ਤੇ ਇੰਪਰੋਵਾਈਜ਼ੇਸ਼ਨ ਵੀ ਮੁਸ਼ਕਿਲ ਹੁੰਦੀ ਹੈ, ਯੂ نو, ਇਹਦੇ ਨਾਲ ਤਾਂ ਤੁਹਾਨੂੰ ਉਦਾਂ ਹੀ ਜੁੜਨਾ ਪੈਂਦਾ ਫਿਰ ਦੁਬਾਰਾ। ਆਪਾਂ ਨੂੰ ਮੌਕਾ ਮਿਲਿਆ, ਅੱਜ ਦੋਵਾਂ ਜਣਿਆਂ ਨੂੰ ਮੌਕਾ ਮਿਲਿਆ ਇੰਪਰੋਵਾਈਜ਼ ਕਰਨ ਦਾ, ਹਨਾ। ਬਿਲਕੁਲ ਬਿਲਕੁਲ। ਸੋ ਕੁਦਰਤ ਦੀ ਗੱਲ ਕਰਦੇ ਸੀ, ਕਹਿੰਦੇ ਕੁਦਰਤ ਕਿਸੇ ਵੀ ਵਕਤ ਕੁਝ ਵੀ ਕਰ ਸਕਦੀ ਹੈ। ਸੋ ਦੇਖ ਲਓ, ਚੰਗੀ ਭਲੀ ਗੱਲਬਾਤ ਕਰਤੀ, ਕੁਦਰਤ ਕਹਿੰਦੀ ਵੀ ਨਹੀਂ, ਇਹਨੂੰ 2 ਹਿੱਸਿਆਂ ਚ ਵੰਡ ਦੇਣਾ। ਐਗਜ਼ੈਕਟਲੀ ਉਹੀ ਆਪਾਂ ਗੱਲ ਕਰ ਰਹੇ ਸੀ, ਜੇ ਕਦੀ ਵੀ ਕੁਝ ਵੀ ਹੋ ਸਕਦਾ ਹੈ, ਤੇ ਸਾਨੂੰ ਹਰ ਚੀਜ਼ ਵਾਸਤੇ ਤਿਆਰ ਰਹਿਣਾ ਚਾਹੀਦਾ, ਨਹੀਂ? ਜੀ ਖੈਰ, ਸਾਡਾ ਸਮਾਂ ਫੇਰ ਹਨਾ ਜੁੜ ਗਿਆ ਜਾਂ ਦਰਸ਼ਕਾਂ ਨਾਲ ਅਸੀਂ ਜੁੜੇ ਆ। ਅੱਛਾ, ਗੱਲਾਂ ਬਾਤਾਂ ਅਸੀਂ ਕਰ ਰਹੇ ਸੀਗੇ ਕਿ ਤੁਸੀਂ ਰਾਈਟਿੰਗ ਕਰਦੇ ਹੋ, ਤੁਸੀਂ ਫਿਲਮਾਂ ਦੀ ਗੱਲ ਕਰ ਰਹੇ ਸੀਗੇ ਕਿ ਫਿਲਮਾਂ ਕੀਤੀਆਂ ਨੇ, ਸਪੈਸੀਫਿਕ ਰੋਲ ਕੀਤੇ ਨੇ। ਅੱਛਾ, ਹਰਵਿੰਦਰ ਕੌਰ ਬਬਲੀ ਨੂੰ ਕੋਈ ਹਨਾ ਏਦਾਂ ਦਾ ਰੋਲ ਜਿਹੜਾ ਉਹਦੇ ਦਿਲ 'ਚ ਹੋਵੇ ਕਿ ਯਾਰ ਮੈਂ ਇਹ ਕਿਰਦਾਰ ਕਰਨਾ ਹੀ ਕਰਨਾ ਆ, ਹਾਲੇ ਤੱਕ ਕੀਤਾ ਨਹੀਂ ਕੋਈ ਏਦਾਂ ਦਾ ਡ੍ਰੀਮ ਰੋਲ ਕਹਿ ਸਕਦੇ ਆ ਜਿਹਨੂੰ? ਦੇਖੋ, ਮੇਰੇ ਵਾਸਤੇ ਡ੍ਰੀਮ ਰੋਲ ਇਦਾਂ ਦੀ ਕੋਈ ਗੱਲ ਮੇਰੇ ਨਾਲ ਹੈ ਨਹੀਂ, ਸੱਚੀ ਦੱਸਦੀ ਹਾਂ। ਮੈਨੂੰ ਇਹ ਹੈ ਕਿ ਮੇਰੇ ਵਾਸਤੇ ਹਰ ਰੋਲ ਜਿਹੜਾ ਮੈਂ ਕਰਦੀ ਹਾਂ ਡ੍ਰੀਮ ਰੋਲ ਹੀ ਹੁੰਦਾ। ਪਤਾ ਨਹੀਂ, ਮੈਨੂੰ ਨਹੀਂ ਪਤਾ ਕਿ ਮੈਂ ਹੁਣ ਇਸ ਗੱਲ ਦਾ ਕੀ ਜਵਾਬ ਦੇਵਾਂ, ਪਰ ਮੈਨੂੰ ਹਰ ਰੋਲ ਬੜਾ ਪਿਆਰਾ ਹੁੰਦਾ, ਭਾਵੇਂ ਉਹ ਛੋਟਾ ਹੋਵੇ ਵੱਡਾ ਹੋਵੇ, ਮੈਂ ਉਨੀ ਹੀ ਇਮਾਨਦਾਰੀ ਨਾਲ ਉਸਨੂੰ ਨਿਭਾਉਣੀ ਹੈ, ਔਰ ਕੋਸ਼ਿਸ਼ ਕਰਦੀ ਹਾਂ ਕਿ ਜਿੰਨੇ ਵੀ ਰੋਲ ਮਿਲਦੇ ਆ ਉਹਨਾਂ ਨੂੰ ਮੈਂ ਉਸੇ ਤਰ੍ਹਾਂ ਹੀ ਕਰਾਂ। ਔਰ ਬਾਕੀ ਰਹਿੰਦੀ ਹੈ ਡ੍ਰੀਮ ਰੋਲ ਦੀ, ਤੇ ਇਹੋ ਜਿਹੇ ਕਾਫੀ ਸਾਰੇ, ਕਿਉਂਕਿ ਮੋਸਟਲੀ ਲੋਕ ਨਾਮ ਲੈਂਦੇ ਨੇ, ਕਾਸ਼ ਮੈਂ ਲੇਡੀ ਮੈਕਬੈਥ ਕਰਾਂ, ਕਾਸ਼ ਮੈਂ ਡੈਸਟੀਮੋਨਾ ਕਰਾਂ, ਇਹ ਜਿਹੜੇ ਇਦਾਂ ਦੇ ਕਰੈਕਟਰ ਹੁੰਦੇ ਨੇ, ਮਦਰ ਕਰੇਜ ਕਰਾਂ, ਤੇ ਕਾਫੀ ਸਾਰੇ ਇਦਾਂ ਦੇ ਰੋਲ ਹੁੰਦੇ ਨੇ, ਤੇ ਇਹ ਮੈਂ NSD ਦੇ ਵਿੱਚ ਵੈਸੇ ਕਰ ਚੁੱਕੀ ਹਾਂ। ਔਰ ਸਾਡੇ ਉੱਥੇ ਅੰਦਰ ਦੀਆਂ ਵੀ ਪ੍ਰੋਡਕਸ਼ਨਸ ਹੁੰਦੀਆਂ ਨੇ, ਉਹਦੇ ਵਿੱਚ ਲੇਡੀ ਮੈਕਬੈਥ ਦਾ ਵੀ ਰੋਏ ਮੇਰਾ ਕਲਾਸਮੇਟ ਸੀ, ਉਹਨੇ ਕੀਤਾ ਸੀਗਾ। ਫਿਰ
ਰਘੁਨੰਦਨ ਜੀ ਸਾਡੇ ਇੱਕ ਸੀਗੇ, ਉਹਨਾਂ ਦੇ ਨਾਲ ਮੈਂ ਕੀਤਾ ਸੀਗਾ ਡੈਸਟੀਮੋਨਾ ਦਾ ਰੋਲ ਵੀ ਕੀਤਾ, ਉਹਦੇ ਵਿੱਚ ਪੰਜ ਪੰਜ ਓਥੈਲੋ ਸੀਗੇ ਤੇ ਮਤਲਬ ਇਸ ਤਰ੍ਹਾਂ ਦੇ ਨਾਲ ਕਾਫੀ ਰੋਲ ਜਿਹੜੇ ਆ ਉਹ ਕਰ ਵੀ ਲਏ ਨੇ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਨਹੀਂ, ਮੈਨੂੰ ਜੋ ਵੀ ਰੋਲ ਮਿਲੇਗਾ, ਅਗਰ ਇੱਕ ਦਿਹਾਤਣ ਦਾ ਵੀ ਰੋਲ ਮਿਲਦਾ ਤੇ ਮੈਨੂੰ ਉਹ ਵੀ ਮਜ਼ਾ ਆਉਂਦਾ, ਕਿਉਂਕਿ ਥੈਂਕ ਯੂ ਬਲੋਚਨ ਦਾ ਇੱਕ ਪਲੇ ਸੀਗਾ, BM ਸ਼ਾਹ ਜੀ ਨੇ ਡਾਇਰੈਕਟ ਕੀਤਾ ਸੀਗਾ, ਤੇ ਉਹਦੇ ਵਿੱਚ ਉਹ ਰੋਲ ਕੀਤਾ ਸੀ। ਬਜਾਜ ਸਰ ਨੇ ਭੂਖ ਆਗ ਹੈ ਪਲੇ ਕੀਤਾ ਸੀ, ਉਹਦੇ ਵਿੱਚ ਮੈਂ ਭਿਖਾਰਨ ਦਾ ਵੀ ਰੋਲ ਕਰ ਰਿਹਾ। ਫਿਰ ਕਈ ਬੱਚਿਆਂ ਦਾ ਆਇਨਸਟਾਈਨ ਦੇ ਵਿੱਚ ਰੋਲ ਕੀਤਾ, ਮੈਂ ਆਇਨਸਟਾਈਨ ਪਲੇ ਕੀਤਾ ਸੀਗਾ ਮੋਹਨ ਮਾਰੇਚੀ ਜੀ ਨੇ, ਉਹਦੇ ਵਿੱਚ ਮੈਂ ਬੱਚੇ ਦਾ, ਛੋਟੇ ਬੱਚੇ ਦਾ ਵੀ ਰੋਲ ਕੀਤਾ, ਚਾਈਲਡ ਆਇਨਸਟਾਈਨ ਦਾ ਵੀ ਰੋਲ ਕੀਤਾ। ਤੇ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਕੋਈ ਵੀ ਰੋਲ, ਜਿੱਦਾਂ ਹੁਣ ਮੇਰੇ ਲਈ ਉਹ ਵੀ ਰੋਲ ਓਨਾ ਹੀ ਇੰਪੋਰਟੈਂਟ ਸੀਗਾ, ਤੇ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈ ਕਿ ਮੈਂ ਕੋਈ ਏਦਾਂ ਦਾ ਕੋਈ ਡ੍ਰੀਮ ਰੋਲ ਰਿਹਾ ਹੋਵੇ, ਕਿਉਂਕਿ ਸ਼ਾਇਦ ਜਾਂ ਤਾਂ ਕਰ ਲੈਣੇ ਹੈ ਨਾ, ਤੇ ਉਹ ਵੀ ਹੁੰਦਾ ਨਾ। ਫਿਰ ਲੇਕਿਨ ਹਾਂ, ਕੋਈ ਇਹੋ ਜਿਹਾ ਕੋਈ ਡ੍ਰੀਮ ਰੋਲ ਹੋਵੇ ਜਿਹਦੇ ਵਿੱਚ ਮਤਲਬ ਦੁਨੀਆ ਬਦਲ ਦੇਵਾਂ, ਮੈਂ ਆਪਣੇ ਹਿਸਾਬ ਨਾਲ ਚਲਾ ਲਾ, ਲੋਕਾਂ ਨੂੰ ਖੁਸ਼ੀਆਂ ਦੇ ਦੇਵਾਂ, ਕਿਤੇ ਭੁੱਖਿਆਂ ਨੂੰ ਕੋਈ ਭੁੱਖਾ ਨਾ ਰਹਿ ਜੇ, ਕੋਈ ਪਿਆਸਾ ਨਾ ਰਹੇ, ਏਦਾਂ ਦਾ ਕੋਈ ਰੋਲ ਮਿਲ ਫਿਰ ਜਾਏ। ਤਾਂ ਸੁਪਰ ਵੂਮਨ ਦਾ ਰੋਲ ਕਰ ਸਕਦੇ ਹੋ ਨਾ ਤੁਸੀਂ। ਨਹੀਂ, ਸੁਪਰ ਵੂਮਨ ਦਾ ਤੇ ਕੀ ਕਰਨਾ ਹੈ, ਕਿਉਂਕਿ ਸੁਪਰ ਵੂਮਨ ਕਰਨ ਵਾਸਤੇ ਵੀ ਤੇ ਤੁਹਾਨੂੰ ਮਤਲਬ ਕੀ ਕਹਿੰਦੇ, ਉਹ ਹੁੰਦਾ ਨਾ ਕਿ ਬਹੁਤ ਹਾਈਟ ਚਾਹੀਦੀ ਹੈ, ਔਰ ਇਹ ਚਾਹੀਦਾ, ਉਹ ਚਾਹੀਦਾ, ਉਸ ਤਰ੍ਹਾਂ ਦਾ ਨਹੀਂ। ਬਟ ਮੈਨੂੰ ਰੀਅਲਿਸਟਿਕ ਰੋਲ ਬਹੁਤ ਅੱਛਾ, ਆਈ ਲਵ। ਨਹੀਂ, ਇੱਕ ਹੱਥ ਚੱਕਿਆ ਮਾਸਕਟ ਪਹੁੰਚ ਗਏ, ਹਾਂ ਬਿਲਕੁਲ, ਹੱਥ ਚੱਕਿਆ ਦਿੱਲੀ, ਹੱਥ ਚੱਕਿਆ ਕਪੂਰਥਲੇ। ਹਾਂ, ਇਹ ਵੀ ਹੋ ਸਕਦਾ ਹੈ। ਹਾਂਜੀ ਬਬਲੀ ਜੀ, ਤੁਸੀਂ ਨਾਟਕ ਲਿਖਣ ਵੀ ਲੱਗ ਗਏ ਹੋ, ਹਨਾ? ਮੈਨੂੰ ਲੱਗਦਾ ਕਾਫੀ ਟਾਈਮ ਤੋਂ ਲਿਖਦੇ ਹੋ। ਹਾਂਜੀ, ਲਿਖਦੀ ਨਾਟਕ। ਫਿਰ ਇਹ ਚੀਜ਼ ਨੂੰ ਲੁਕੋ ਕੇ ਕਿਉਂ ਰੱਖਦੇ ਹੋ? ਦੱਸਦੇ ਕਿਉਂ ਨਹੀਂ ਕਿ ਮੈਂ ਨਾਟਕ ਖੁਦ ਵੀ ਲਿਖਦੀ ਹਾਂ? ਨਹੀਂ, ਮੈਨੂੰ ਇਹ ਲੱਗਦਾ ਕਿ ਸਾਰੇ ਕਹਿਣਗੇ ਵੀ ਆ ਤੇ ਐਕਟਰ ਬਣ ਗਈ ਸੀ, ਇਹ ਨਾਟਕ ਡਾਇਰੈਕਟ ਵੀ ਕਰੀ ਜਾਂਦੀ ਹੈ, ਲਿਖੀ ਵੀ ਜਾਂਦੀ ਹੈ। ਨਹੀਂ, ਐਕਚੁਅਲੀ ਲਿਖਣ ਦਾ ਇਹ ਸੀਗਾ ਕਿ ਦੇਖੋ, ਅਸੀਂ ਜਿਹੜੇ ਐਕਟਰ ਹੁੰਦੇ ਆ ਨਾ, ਤੇ ਬੜੇ ਇਮੋਸ਼ਨਲ ਕਹਿੰਦੇ ਹੁੰਦੇ ਨੇ, ਕਿ ਕਿਉਂਕਿ ਕਈ ਤਰ੍ਹਾਂ ਦੇ ਰੋਲ ਕੀਤੇ ਹੁੰਦੇ ਨੇ, ਅਸੀਂ ਆਪਣੇ ਰੋਲਸ ਨੂੰ ਲੈ ਕੇ ਬੜੇ ਪੋਜ਼ੈਸਿਵ ਹੁੰਦੇ ਆ, ਹੈ, ਤੇ ਉਹ ਇਮੋਸ਼ਨਲ ਲੈਵਲ ਸਾਡਾ ਥੋੜਾ ਜਿਹਾ ਹਾਈ ਹੁੰਦਾ ਆ। ਤੁਸੀਂ ਵੀ ਜਾਣਦੇ ਹੋ, ਤੁਸੀਂ ਵੀ ਐਕਟਿੰਗ ਕਰਦੇ ਰਹੇ ਹੋ, ਤੇ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਇਦਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ, ਤੇ ਅਸੀਂ ਜਦੋਂ ਸਾਡੇ ਕੋਲ ਕੰਮ ਨਹੀਂ ਹੁੰਦਾ ਨਾ, ਤੇ ਸਿਰ ਫੜ ਕੇ ਬਹਿ ਜਾਂਦੇ ਆ, ਸਾਨੂੰ ਲੱਗਦਾ ਕਿ ਮਾਇੂਸ ਹੋ ਜਾਂਦੇ ਆ ਕਿ ਕੰਮ ਨਹੀਂ ਹੈਗਾ, ਇਹ ਨਹੀਂ ਹੈ ਉਹ। ਤੇ ਮੈਨੂੰ ਲੱਗਦਾ ਕਿ ਇੱਕ ਐਕਟਰ ਵਾਸਤੇ ਕੰਮ ਹਮੇਸ਼ਾ ਹੁੰਦਾ, ਉਹ ਕਈ ਸਾਰੀਆਂ ਚੀਜ਼ਾਂ, ਇਹ ਮੈਂ ਐਗਜ਼ਾਮਪਲ ਦੇਣ ਵਾਸਤੇ ਵੀ ਕੀਤਾ ਵੀ ਅਸੀਂ ਪੋਇਟਰੀ ਵੀ ਕਰ ਸਕਦੇ ਹਾਂ, ਬੀਇੰਗ ਐਨ ਐਕਟਰ, ਪੋਇਟਰੀ ਵੀ ਕਰ ਸਕਦੇ ਹਾਂ, ਲਿਖ ਵੀ ਸਕਦੇ ਹਾਂ। ਜਿਹੜੇ ਇਮੋਸ਼ਨਸ ਅਸੀਂ ਸਟੇਜ ਦੇ ਉੱਪਰ ਦਿਖਾਉਂਦੇ ਆ, ਅਸੀਂ ਕਿੰਨੀਆਂ ਸਾਰੀਆਂ ਚੀਜ਼ਾਂ ਇਮੇਜਿਨ ਕਰਦੇ ਹਾਂ, ਉਹ ਜਿਹੜੀ ਇਮੇਜਿਨੇਸ਼ਨ ਉਹਨਾਂ ਦਿਨਾਂ 'ਚ ਅਗਰ ਨਾਟਕ ਨਹੀਂ ਹੋ ਰਿਹਾ, ਹੁਣ ਸਾਡੇ ਕੋਲ ਕਿੰਨਾ 3-4 ਮਹੀਨਿਆਂ ਦਾ ਟਾਈਮ ਸੀ, ਲਿਖ ਲਿਆ, ਮੈਂ ਤੇ ਲਿਖਿਆ, ਕਾਫੀ ਕੁਝ ਲਿਖਿਆ, ਕਾਫੀ ਕਿਤਾਬਾਂ ਵੀ ਪੜ੍ਹੀਆਂ, ਕਾਫੀ ਅੱਛੀਆਂ ਫਿਲਮਸ ਵੀ ਦੇਖੀਆਂ, ਇਹ ਤੇ ਉਹ ਵੀ ਕੋਸ਼ਿਸ਼ ਕੀਤੀ ਹੈ। ਤੇ ਲੇਕਿਨ ਹਾਂ, ਸਾਡੀ ਰੋਜ਼ੀ ਰੋਟੀ ਵੀ ਇਹੀ ਹੁੰਦੀ ਹੈ, ਇਹਦੇ ਨਾਲ ਵੀ ਜੁੜੀ ਹੋਈ ਹੁੰਦੀ ਹੈ, ਉਹਦਾ ਵੀ ਫਿਕਰ ਕਰਨਾ ਹੁੰਦਾ ਹੈ, ਤੇ ਉਹ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਉੱਥੇ, ਤੇ ਇਸ ਕਰਕੇ ਥੋੜਾ ਜਿਹਾ ਮਾਯੂਸ ਹੁੰਦੇ ਆ। ਪਰ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਅਸੀਂ ਹੋਰ ਪਾਸੇ ਵੱਲ ਮਨ ਲਾਈਏ, ਤੇ ਮੇਰੀ ਇਹੀ ਕੋਸ਼ਿਸ਼ ਹੈ ਨਾਟਕ ਲਿਖਣ ਦੀ। ਮੈਂ ਇਸ ਕਰਕੇ ਨਾਟਕ ਲਿਖਿਆ ਕਿ ਮੈਂ ਆਪਣੇ ਸਾਰੇ ਮੇਰੇ ਨਾਲ ਦੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਨਾਟਕ ਕਰਦੇ ਨੇ, ਉਹਨਾਂ ਨੂੰ ਇਹ ਕਹਿੰਦੇ ਕਿ ਦੇਖੋ, ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਬਹੁਤ ਆਉਂਦੀਆਂ ਨੇ, ਤੇ ਇਹਨਾਂ ਨੂੰ ਆਪਾਂ ਦੂਜੇ ਪਾਸੇ ਮਨ ਨੂੰ ਲਾਉਣ ਲਈ ਸਾਨੂੰ ਲਿਖ ਲੈਣਾ ਚਾਹੀਦਾ ਹੈ, ਕਿਉਂਕਿ ਦਿਮਾਗ ਜਿਹੜਾ ਨਾ, ਇਹਦਾ ਕੁਝ ਨਹੀਂ ਪਤਾ ਹੈਗਾ, ਕਦੀ ਵੀ ਕੁਝ ਵੀ ਹੋ ਸਕਦਾ ਹੈ। ਤੇ ਇਸ ਕਰਕੇ ਅਸੀਂ ਆਪਣੇ ਬ੍ਰੇਨ ਨੂੰ ਬਿਜ਼ੀ ਰੱਖਾਂਗੇ, ਇਹਨੂੰ ਵੀ ਕੰਮ ਲਾਈ ਰੱਖਾਂਗੇ ਨਾ, ਤੇ ਇਹ ਲੱਗਿਆ ਰਹੇਗਾ ਪਾਸੇ ਤੇ, ਨਹੀਂ ਤਾਂ ਇਹਨੇ ਕਦੋਂ ਕੁਝ ਵੀ ਕਰ ਜਾਣਾ, ਸਾਨੂੰ ਪਤਾ ਵੀ ਨਹੀਂ ਲੱਗਣਾ। ਕਿਉਂਕਿ ਬੋਡੀ 'ਚ ਕੀ ਹੋ ਰਿਹਾ ਆ, ਸਾਡੇ ਸਰੀਰ ਦੇ ਵਿੱਚ ਕਿੱਥੇ ਪੀੜ ਹੋ ਰਹੀ ਹੈ, ਕਿ ਸਾਡੀ ਬੋਡੀ ਵਿੱਚ ਕੀ ਹੋ ਰਿਹਾ, ਉਹ ਬ੍ਰੇਨ ਦੱਸਦਾ ਸਾਨੂੰ। ਤੇ ਹੁਣ ਜੇ ਬ੍ਰੇਨ 'ਚ ਕੁਝ ਹੋ ਗਿਆ, ਉਹ ਬੋਡੀ ਕਿੱਦਾਂ ਦੱਸੂ? ਬ੍ਰੇਨ ਨੂੰ ਦੱਸਣ ਵਾਲਾ ਕੋਈ ਨਹੀਂ ਹੈ। ਇਸ ਕਰਕੇ ਮੈਂ ਕਹਿੰਦੀ ਹਾਂ ਵੀ ਆਪਣੇ ਇਹਨੂੰ ਵੀ ਬਿਜ਼ੀ ਰੱਖਣਾ ਚਾਹੀਦਾ, ਤੇ ਇਹ ਇਸ ਕਰਕੇ ਮੇਰਾ ਇਹ ਰਿਆਜ਼ ਹੈਗਾ। ਉਹ ਮੈਂ ਰਿਆਜ਼, ਮੈਨੂੰ ਉਹਨਾਂ ਵੀ ਸੈਟਿਸਫੈਕਸ਼ਨ ਮਿਲ ਜਾਂਦੀ ਹੈ। ਕਾਫੀ ਸਾਲ ਮੈਂ ਥੀਏਟਰ ਤੋਂ ਦੂਰ ਰਹੀ ਸੀਗੀ, ਔਰ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵੀ ਰਿਫਰੈਸ਼ ਕਰਨਾ ਸੀ। ਬਹੁਤ ਸਾਲ ਕੀਤਾ, ਬਾਹਰ ਵੀ ਥੀਏਟਰ ਕੀਤਾ, ਇੰਡਸਟਰੀ ਵੀ ਚਾਹੀਦਾ, ਉਹ ਨਾਟਕ ਡਾਇਰੈਕਟ ਵੀ ਕੀਤੇ, ਨਾਟਕ ਲਿਖੇ ਵੀ, ਬਾਹਰ ਆ ਕਰਕੇ ਵੀ ਆਪਣੇ ਉਹਨਾਂ ਹੀ ਡਾਇਰੈਕਟਰਸ ਦੇ ਨਾਲ ਮੈਂ ਨਾਟਕ ਕੀਤੇ, ਕਾਫੀ ਕੀਤੇ। ਔਰ ਫਿਰ ਉਸ ਤੋਂ ਬਾਅਦ ਘਰ ਵੀ ਆਪਣਾ ਸੰਭਾਲਿਆ। ਥੀਏਟਰ ਜਿੱਦਾਂ ਸਟੇਜ ਸੰਭਾਲਦੀ ਸੀ, ਉਨੀ ਹੀ ਸ਼ਿੱਦਤ ਦੇ ਨਾਲ, ਉਨੀ ਹੀ ਇਮਾਨਦਾਰੀ ਦੇ ਨਾਲ ਆਪਣੇ ਘਰ ਨੂੰ ਵੀ ਸੰਭਾਲ ਕੇ ਰੱਖਿਆ, ਸਟੇਜ ਨੂੰ ਵੀ ਮੈਨੇਜ ਕਰਕੇ ਰੱਖਿਆ, ਘਰ ਨੂੰ ਵੀ ਮੈਨੇਜ ਕਰਕੇ ਰੱਖਿਆ। ਬਸ ਇਹੀ ਜੀ। ਅੱਛਾ, ਬਾਹਰ ਤੁਸੀਂ ਨਾਟਕ ਕੀਤੇ ਹਨਾ, ਮੈਂ ਚਾਹੂੰਗਾ ਕਿ ਉਹ ਵੀ ਸਾਨੂੰ ਹਨਾ ਸ਼ਾਰਟ ਦੇ ਵਿੱਚ ਭਾਵੇਂ ਤੁਸੀਂ ਦੱਸ ਦਿਓ ਕਿ ਉਹ ਉੱਥੋਂ ਦਾ ਮਾਹੌਲ ਕਿਵੇਂ ਸੀਗਾ ਨਾਟਕ ਦਾ, ਆਡੀਅנס ਕਿੱਦਾਂ ਦੀ ਮਿਲਦੀ ਸੀਗੀ,
ਤੇ ਕਿੰਨਾ ਕੁ ਪਿਆਰ ਉੱਥੇ ਦੇ ਲੋਕ ਕਰਦੇ ਨੇ ਹਨਾ ਕਲਾਕਾਰਾਂ ਨੂੰ, ਥੀਏਟਰ ਦੇ ਨੂੰ? ਦੇਖੋ, ਜਦੋਂ ਤੁਸੀਂ ਕਿਸੇ ਇੰਸਟੀਚਿਊਟ ਨਾਲ ਜੁੜੇ ਹੋਏ ਹੁੰਦੇ ਆ, ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲ ਜਾਂਦੀਆਂ। ਤੁਹਾਨੂੰ ਉੱਥੇ ਸੋਚਣਾ ਨਹੀਂ ਪੈਂਦਾ, ਕਿਉਂਕਿ ਕਾਸਟਿਊਮ ਕਰਨ ਵਾਲਾ ਕੋਈ ਦੂਸਰਾ ਹੁੰਦਾ ਹੈ, ਸੈਟ ਕਰਨ ਵਾਲਾ ਕੋਈ ਦੂਜਾ ਹੁੰਦਾ ਹੈ, ਲਾਈਟ ਕਰਨ ਵਾਲਾ ਕੋਈ ਦੂਸਰਾ ਹੁੰਦਾ। ਤੁਸੀਂ ਯੂ ਆਰ ਲਾਈਕ ਅ ਕਿੰਗ ਉਸ ਵਕਤ। ਕਿਉਂ? ਕਿਉਂਕਿ ਇੱਕ ਐਕਟਰ ਨੇ ਲੋਕਾਂ ਦੇ ਸਾਹਮਣੇ ਜਾਣਾ ਤੇ ਉਹਨੂੰ ਫ੍ਰੀ ਰੱਖਣਾ ਵੀ ਕਾਫੀ ਜ਼ਰੂਰੀ ਹੁੰਦਾ। ਪਰ ਉਹਦੇ ਨਾਲ ਨਾਲ ਸਾਨੂੰ ਥੀਏਟਰ ਸਾਨੂੰ ਨਾ ਰਿਸਪੌਂਸਿਬਿਲਿਟੀਜ਼ ਵੀ ਸਿਖਾਉਂਦਾ ਹੈ। ਰਿਸਪੌਂਸਿਬਿਲਿਟੀ ਇਸ ਤਰ੍ਹਾਂ ਦੇ ਨਾਲ ਕਿ ਜਿਵੇਂ ਹੁਣ ਮੈਂ ਕਿਸੇ ਨਾਟਕ ਦੇ ਵਿੱਚ ਪਾਰਟਿਸਿਪੇਟ ਕਰਦੀ ਹਾਂ ਤੇ ਉਹਦੇ ਵਿੱਚ ਮੈਂ ਮੇਕਅਪ ਵੀ ਕਰਨਾ ਹੈ, ਕਾਸਟਿਊਮ ਵੀ ਪਾਉਣੇ ਨੇ, ਤੇ ਸਾਡੀ ਇਹ ਡਿਊਟੀ ਹੁੰਦੀ ਹੈ ਕਿ ਐਕਟਿੰਗ ਦੇ ਨਾਲ ਨਾਲ ਅਸੀਂ ਬੈਕ ਸਟੇਜ ਦੇ ਵਿੱਚ ਵੀ ਆਪਣੇ ਆਪ ਨੂੰ ਪਰਫੈਕਟ ਰੱਖਣ ਦੀ ਕੋਸ਼ਿਸ਼ ਕਰੀਏ। ਅਸੀਂ ਨਾਟਕ ਖਤਮ ਹੋਣ ਤੋਂ ਬਾਅਦ ਸਾਡੀ ਜਿਹੜੀ ਪ੍ਰੋਪਰਟੀ ਹੈ ਉਹਨੂੰ ਸਹੀ ਢੰਗ ਦੇ ਨਾਲ ਰੱਖੀਏ, ਤਾਂ ਕਿ ਕੱਲ ਨੂੰ ਵੀ ਅਸੀਂ ਉਹਨੂੰ ਇਸਤੇਮਾਲ ਕਰਨਾ ਹੈਗਾ ਆ। ਫਿਰ ਸਾਡੀ ਜਿਹੜੀ ਕਾਸਟਿਊਮ ਹੈ ਉਹਨੂੰ ਵੀ ਚੰਗੀ ਤਰ੍ਹਾਂ ਸੰਭਾਲ ਕੇ, ਤੈਅ ਮਾਰ ਕੇ, ਇੱਜ਼ਤ ਦੇ ਨਾਲ ਜਿਹੜੇ ਕਾਸਟਿਊਮ ਕਰਦੇ ਨੇ ਜਾਂ ਸੰਭਾਲਦੇ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ ਰੱਖਣਾ ਪੈਂਦਾ। ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ, ਬਾਹਰ ਥੀਏਟਰ ਕਰਦੇ ਹੋ ਜਾਂ ਚੀਜ਼ਾਂ, ਉਦੋਂ ਤੁਹਾਨੂੰ ਬਹੁਤ ਤਕਲੀਫ, ਅਸਲੀ ਤੁਹਾਡਾ ਥੀਏਟਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਬਾਹਰ ਕੰਮ ਕਰਦੇ ਹੋ, ਵੈਦਰ ਯੂ ਆਰ ਡਾਇਰੈਕਟਿੰਗ ਅ ਪਲੇ ਜਾਂ ਤੁਸੀਂ ਐਕਟ ਕਰਦੇ ਹੋ। ਤੁਹਾਨੂੰ ਪਹਿਲੀ ਗੱਲ ਤਾਂ ਜਦੋਂ ਤੁਸੀਂ ਡਾਇਰੈਕਟ ਕਰਦੇ ਹੋ ਪਲੇ, ਤੁਹਾਨੂੰ ਜਗ੍ਹਾ ਰਿਹਰਸਲ ਕਰਨ ਨੂੰ ਜਗ੍ਹਾ ਨਹੀਂ ਮਿਲਦੀ ਹੈ, ਤੁਹਾਨੂੰ ਐਕਟਰ ਹੀ ਨਹੀਂ ਮਿਲਦੇ ਪਹਿਲਾਂ ਤਾਂ। ਉਹਨਾਂ ਨੇ ਦੂਰ ਦੂਰ ਤੋਂ ਉਹਨਾਂ ਦਾ ਆਉਣ ਜਾਣ ਦਾ ਖਰਚਾ, ਉਹਨਾਂ ਦਾ ਚਾਹ ਪਾਣੀ, ਫਿਰ ਉਹਨਾਂ ਨੂੰ ਤੁਸੀਂ ਕੀ ਪੇ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ, ਉਹਦਾ ਤੁਹਾਨੂੰ ਸ਼ੋਅ ਮਿਲਣਗੇ ਜਾਂ ਨਹੀਂ ਮਿਲਣਗੇ। ਜਾਂ ਫਿਰ ਜੇ ਤੁਸੀਂ ਦੂਜਿਆਂ ਦੇ ਨਾਲ ਕਰਦੇ ਹੋ, ਕੰਮ ਕਰਦੇ ਹੋ, ਤੇ ਦੇਖੋ ਥੀਏਟਰ ਦਾ ਤੇ ਤੁਹਾਨੂੰ ਮਤਲਬ ਕਦਮ ਕਦਮ ਤੇ ਤੁਹਾਨੂੰ ਨਾ ਚੈਲੰਜ ਮਿਲਦਾ ਹੈ, ਕਿਉਂਕਿ ਥੀਏਟਰ ਦੇ ਵਿੱਚ ਚੈਲੰਜ ਹਮੇਸ਼ਾ ਰਿਹਾ ਹੈ ਜ਼ਿੰਦਗੀ ਪਰ। ਹੁਣ ਵੀ ਜਿੱਦਾਂ ਹੁਣ ਥੀਏਟਰ ਦੇ ਉੱਪਰ ਹੀ ਚੈਲੰਜ ਹੈ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਥੀਏਟਰ ਤਾਂ ਹਮੇਸ਼ਾ ਹੀ ਇਹਨਾਂ ਪੜਾਵਾਂ ਵਿੱਚੋਂ ਗੁਜ਼ਰਿਆ ਹੈ, ਤੇ ਅਸੀਂ ਉਹਦੇ ਨਾਲ ਹਮੇਸ਼ਾ ਸਿੱਧੇ ਆਪਣੀ ਰੀੜ ਦੀ ਹੱਡੀ ਸਿੱਧੀ ਕਰਕੇ ਖੜੇ ਹੋ ਕਰਕੇ ਨਾਲ ਚੱਲਦੇ ਰਹੇ ਹਾਂ। ਹੁਣ ਵੀ ਜਿਹੜਾ ਮਾਹੌਲ ਹੈ, ਐਟਮੋਸਫੇਅਰ ਹੈ, ਇਹ ਬੜਾ ਉਹਨੇ ਉਦਾਸ ਜਿਹਾ ਕਰਤਾ ਸਾਰੇ ਲੋਕਾਂ ਨੂੰ। ਤੇ ਅਸੀਂ ਫੇਰ ਵੀ ਦੇਖੋ ਆਪਾਂ ਕਰ ਰਹੇ ਹਾਂ ਨਾ ਹੁਣ ਪ੍ਰੋਗਰਾਮ, ਸਾਰੇ ਐਕਟਰ ਲੱਗੇ ਹੋਏ ਨੇ। ਤੁਸੀਂ ਫੇਸਬੁੱਕ ਤੁਸੀਂ ਖੋਲੋ, ਤੁਹਾਨੂੰ ਹਰ ਪਾਸੇ ਕੋਈ ਇੰਟਰਵਿਊ ਕਰ ਰਹੇ, ਕੋਈ ਨਾਟਕ ਕਰ ਰਿਹਾ, ਕੋਈ ਢੋਲ ਬਜਾ ਰਿਹਾ, ਕੋਈ ਇਹ ਕਰ ਰਿਹਾ, ਐਂਟਰਟੇਨ ਕਰ ਰਹੇ ਹਾਂ ਅਸੀਂ ਅੱਜ ਵੀ ਵਿਦਆਊਟ ਟੇਕਿੰਗ ਅ ਸਿੰਗਲ ਪੈਨ। ਤੁਸੀਂ ਕਰ ਰਹੇ ਹੋ, ਤੁਸੀਂ ਐਕਟਿੰਗ ਕਰ ਰਹੇ ਹੋ, ਤੁਸੀਂ ਇਹ। ਔਰ ਮੈਂ ਪਤਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਤੁਸੀਂ ਇਹ ਦੇਖੋ, ਕੋਈ ਜਾ ਕੇ ਜੂਆ ਨਹੀਂ ਖੇਲ ਰਿਹਾ, ਕੋਈ ਦਾਰੂ ਦੀ ਦੁਕਾਨ ਤੇ ਨਹੀਂ ਬੈਠਾ ਹੋਇਆ, ਲੱਗੇ ਨੇ ਸਾਰੇ ਕੰਮ। ਮੈਨੂੰ ਇੰਨੀ ਖੁਸ਼ੀ ਵੀ ਸਾਰੇ ਲੱਗੇ ਹੋਏ ਨੇ, ਹੈ ਨਾ। ਜਿਨ੍ਹਾਂ ਨੇ ਕੰਮ ਕਰਨਾ ਨਾ ਉਹਨਾਂ ਨੇ ਕਰਨਾ ਹੀ ਹੈ, ਕੋਈ ਦਿਖਾਵਾ ਨਹੀਂ। ਹੁਣ ਕੋਈ ਦਿਖਾਵਾ ਨਹੀਂ, ਆ ਜਿਹੜਾ ਆਪਾਂ ਸਾਰੇ ਕੰਮ ਕਰ ਰਹੇ ਨੇ ਇਹਦੇ ਵਿੱਚ ਕੋਈ ਦਿਖਾਵਾ ਨਹੀਂ ਹੈ। ਐਂਡ ਮੈਂ ਤੇ ਇਹ ਕਹੂੰਗੀ ਕਿ ਇਹ ਗੁਰਵਿੰਦਰ ਨੇ ਜਿਹੜਾ ਇਹ ਕਦਮ ਉਠਾਇਆ ਹੈ, ਔਰ ਬਹੁਤ ਹੀ ਅੱਛਾ ਕਦਮ ਹੈ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਬਿਲਕੁਲ ਖੁੱਲ ਕੇ ਉਹਨਾਂ ਦੇ ਨਾਲ। ਜਿਹੜਾ ਬੰਦਾ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਥੀਏਟਰ ਦੇ ਵਿੱਚ ਜਾਂ ਕੋਈ ਵੀ ਆਰਟ ਲਾਈਨ ਦੇ ਵਿੱਚ, ਤੇ ਜਿੰਨੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ, ਜਿੰਨਾ ਅਸੀਂ ਉਹਨਾਂ ਦਾ ਸਾਥ ਦੇ ਸਕਦੇ ਹਾਂ, ਤੇ ਦੇਣਾ ਚਾਹੀਦਾ ਹੈ। ਮੇਰੀ ਇਹੀ ਕੋਸ਼ਿਸ਼ ਜੀ। ਬੋਹੇਮੀਅਨਸ ਨੇ ਜਿਹੜਾ ਇਹ ਹੈ ਨਾ ਕਦਮ ਉਲੀਕਿਆ ਆ ਵਰਚੁਅਲ ਮੰਚ ਦਾ, ਇੰਟਰਨੈਸ਼ਨਲ ਆਨਲਾਈਨ ਥੀਏਟਰ ਫੈਸਟੀਵਲ ਜਿਹੜਾ ਚਲਾਇਆ ਆ। ਦੇਖੋ ਇਹਨੂੰ ਨਾ ਜਦੋਂ ਕੋਈ ਚੀਜ਼ ਅਸੀਂ ਕਰਦੇ ਹਾਂ, ਬੇਸ਼ੱਕ ਸਾਡੇ ਦਰਸ਼ਕ ਥੋੜੇ ਹੋਣਗੇ, ਪਰ ਸਾਡੇ ਦਰਸ਼ਕ ਬੜੇ ਸੁਹਿਰਦ ਨੇ, ਹਨਾ, ਬੜੇ ਸੂਝਵਾਨ ਸਾਡੇ ਦਰਸ਼ਕ ਨੇ। ਅਸੀਂ ਵੇਖ ਸਕਦੇ ਹਾਂ ਸਾਡੇ ਨਾਲ ਲੱਖਾ ਲਹਿਰੀ ਜੀ ਜੁੜੇ ਨੇ, ਤੁਹਾਨੂੰ ਸਤਿ ਸ਼੍ਰੀ ਅਕਾਲ ਵੀ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਲੱਖਾ ਜੀ। ਕਿਰਨ ਭਟਨਾਗਰ ਜੀ ਨੇ, ਮਨਿੰਦਰ ਸਿੰਘ, ਸਤਵਿੰਦਰ ਟਿਵਾਣਾ, ਦੇਖੋ ਕਿੰਨੇ ਲੋਕੀ ਪਿਆਰ ਕਰਦੇ ਨੇ, ਹਨਾ, ਸਾਰੇ ਜਣੇ। ਤੇ ਬੇਸ਼ੱਕ ਅਸੀਂ ਆਪਣੇ ਵਿਊਸ ਨੂੰ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਸਾਡੇ 2 ਲੱਖ ਹੋ ਗਏ, ਸਾਡਾ ਮਿਲੀਅਨ ਹੋ ਗਿਆ। ਯਾਰ ਅਸੀਂ ਕੀ ਕਰਨਾ ਹੈ, ਸਾਡੇ ਨਾਲ ਚੰਗੇ ਬੰਦੇ ਜੁੜੇ ਨੇ, ਅਸੀਂ ਚੰਗੀ ਚੀਜ਼ ਪੇਸ਼ ਕਰ ਰਹੇ ਹਾਂ, ਸਾਡੇ ਲਈ ਇੰਨਾ ਹੀ ਬਹੁਤ ਆ। ਜੀ ਜੀ। ਸੋ ਬਬਲੀ ਜੀ, ਗੱਲਾਂ ਬਾਤਾਂ ਹੁਣ ਆਪਾਂ ਕਰਾਂਗੇ ਨਾ ਪਰਫਾਰਮੈਂਸ ਤੋਂ ਬਾਅਦ, ਕਿਉਂਕਿ ਫਿਰ ਵੇਖਣਾ ਹੈ ਵੀ ਸਾਡੇ ਦਰਸ਼ਕ ਕੀ ਪੁੱਛਣਾ ਚਾਹੁੰਦੇ ਨੇ, ਕੀ ਉਹਨਾਂ ਨੂੰ ਚੰਗਾ ਲੱਗਿਆ ਜਾਂ ਕਿਹੜੀ ਚੀਜ਼ ਉਹ ਨਾ ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ। ਸੋ ਹੁਣ ਅਸੀਂ ਅਗਲੇ ਸੈਗਮੈਂਟ ਵੱਲ ਵਧਦੇ ਹਾਂ। ਅਗਲਾ ਸੈਗਮੈਂਟ ਹੈਗਾ ਜੀ ਸਾਡਾ ਪੇਸ਼ੇ ਨਜ਼ਰ।
कुलजीत, 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 कुलजीत। मनप्रीत, मनप्रीत, तू नहीं रोना, तू नहीं रोना मनप्रीत, तू नहीं रो सकती। वो कुलजीत, कुलजीत, चुप हो जा। बीजी, बीजी, कुलजीत, तू तू तो कैसे मैं तू तो अपने वादे भी नहीं पूरे किए।
बारी बरसी खटन गया सी, खट के लियांदी छौनी। यही कहंदे सी ना तुसी, बारी बरसी खटन गया सी, खट के लियांदी छौनी। माई मैनू माफ करी, जिंद देश दे लेखे लोनी, जिंद देश दे लेखे लोनी। मनप्रीत, तू नहीं रो सकती। तू नहीं रो सकती मनप्रीत। जे तू रोन लग पे ते न्याणियां ने कौन समझाऊगा? जे तू रोन लग पे ते बीजी नू कौन समझाऊगा? जे तू रोन लग पई तो जिम्मेवारियां कौन निभाऊगा? बापू जी भी चले गए, कुलजीत भी चले गए। जे तू रोन लग पई तो बच्चों नू कौन पढ़ाऊगा? तू नहीं रोना, तू नहीं रो सकती। फौजियां दी औरतां नहीं रो सकती। फौजी अपने देश दियां जिम्मेवारियां निभांदा है ते ओदी औरत ओदे घर दियां जिम्मेवारियां तू किद्दां रो सकती है? तू नहीं रो सकती, तू नहीं रो सकती। सारा पिंड इकट्ठा हो गया। कुलजीत आने वाले ने। हाथ पैर भी ठंडे पै रहे ने। न्याणियां नू किद्दां समझाऊंगी? मैनू होली दे आके पूछते ने पापा हरे ने। कुलजीत आ रहे ने। बाबूजी, मैं सब संभाल लूंगी, तुसी फिक्र ना करो। मैं बीजी नू वेख्यो नहीं। बीजी भज के कुलजीत दे कमरे में चले गए। मैं क्या बीजी बीजी बुआ ना लायो। बीजी कहते मेरा पोता रहा। मैं अज बहुत सोहनिया सोहनिया चादर कढ़ के बिछोड़िया, कढ़ाई वालिया रंग बिरंगिया चादर। बीजी नू किद्दां समझावां? बीजी साडी जिंदगी विच तो रंग ही निकल। हौसला रख ले मनप्रीत, हौसला रख ले। तुसी क्या सी ना कुलजीत, मैं आऊंगा जरूर। जे ना आ पाया तो बीजी का ख्याल रखी, न्याणियां का ख्याल रखी। मैं रखूंगी ना बीजी।
ਬੀਜੀ ਨੂੰ ਵੇਖਾਂ। ਵਾਹਿਗੁਰੂ। ਬੀਜੀ, ਬੀਜੀ ਬੂਹਾ ਖੋਲੋ। ਬੀ ਕਹਿੰਦਾ ਸੀ ਕਿੰਨੇ ਦਿਨਾਂ ਤੋਂ ਸੁੱਤਾ ਨਹੀਂ ਬੀਜੀ। ਕਿੰਨੀ ਕਿੰਨੀ ਦੂਰ ਜਾਂਦੇ ਆ ਬੀਜੀ ਅਸੀਂ, ਲੰਬੀਆਂ ਲੰਬੀਆਂ ਬੈਂਡਾਂ ਤੇ। ਕੋਈ ਸੜਕ ਵੀ ਨਹੀਂ ਹੁੰਦੀ ਬੀਜੀ। ਹਾਏ ਰੱਬਾ, ਮੇਰਾ ਪੁੱਤ ਕਿੰਨੀਆਂ ਰਾਤਾਂ ਜਾਗਿਆ। ਸੋਚਾ ਜਦੋਂ ਨਿੱਕਾ ਜਿਹਾ ਹੁੰਦਾ ਸੀਗਾ, ਐਂ ਮੈਂ ਸੋਚਦੀ ਹੁੰਦੀ ਸੀ ਤੈਨੂੰ। ਸੌਂ ਜਾ ਮੇਰੇ ਪੁੱਤ, ਸੌਂ ਜਾ, ਸੌਂ ਜਾ ਮੇਰਾ ਪੁੱਤ। ਅਰੇ ਸੌਂ ਜਾ, ਸੌਂ ਜਾ। ਮੈਨੂੰ ਖਿੜਖਿੜਾ ਕੇ ਹੱਸਦਾ ਹੁੰਦਾ ਸੀ, ਅਰੇ ਮੇਰਾ ਪੁੱਤ। ਸੌਂ ਜਾ, ਸੌਂ ਜਾ ਮੇਰਾ ਪੁੱਤ। ਜਦੋਂ ਫਿਰ ਇੰਨਾ ਵੱਡਾ ਹੋ ਗਿਆ, ਫਿਰ ਇੰਨਾ ਵੱਡਾ ਹੋ ਗਿਆ, ਫਿਰ ਇੰਨਾ ਉੱਚਾ। ਸਕੂਲੇ ਜਾਂਦਾ ਹੁੰਦਾ ਸੀ ਨਾ, ਤੇ ਪਿੱਛੇ ਮੁੜ ਕੇ ਰੋਜ਼ ਕਹਿੰਦਾ ਸੀ, ਬੀਜੀ, ਉਹ ਬੀਜੀ ਮੈਂ ਏਡਾ ਵੱਡਾ ਅਫਸਰ ਬਣਨਾ, ਫੌਜੀ। ਗੁਰਦੀਪ ਸਿੰਘ, चला गया ना तू। ਜਦੋਂ ਤੇਰੇ ਨਾਲ ਘੁੰਮਦਾ ਹੁੰਦਾ ਸੀ ਨਾ, ਤੂੰ ਉਹਨੂੰ ਆਪਣੀ ਕਨੇੜਿਆਂ ਤੇ ਬਿਠਾ ਕੇ ਸਾਰਾ ਪਿੰਡ ਘੁਮਾਉਂਦਾ ਹੁੰਦਾ ਸੀ। ਫਿਰ ਤੂੰ ਇੱਕ ਦਿਨ ਦੱਸਿਆ ਸੀ ਕਿ ਹਰਬੰਸ ਕੋਰੇ ਇੱਕ ਦਿਨ ਕੁਲਜੀਤਾ ਭੱਜ ਕੇ ਜਾ ਕੇ ਉਹ ਟਿੱਲੇ ਤੇ ਚੜ ਗਿਆ, ਕਹਿੰਦਾ ਡਿਸ਼ੂ 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 ਡਿਸ਼ੂ। देखो मैं कितने सारे फौजी मारते। उठ जा, उठ जा, उठ जा मेरे पुत्र। गुरदित सिंह उठा इनू, तू पहले भी तो उठाउंदा हुंदा सी, अज भी उठा उन्नू। ओ जीत्या, ओए जीत्या, ओए उठ जा, ओए चलिया मैं। ओए सुता रहेगा तो फौजी किद्दां बनूगा? उठ ओए मेरा पुत, उठ जा। उठ जा मेरा पुत्र।
उठ जा। देख लो नहीं उठता। मैं मैं भी बड़ा कोशिश की थी उठाने दी। हाँ देखो किन्नियां सोहनियां चादरां बिछाइयां मैं, कढ़ाई बड़ियां अपने पुत्त वास्ते। मेरे मोढियां च तो जान ही नहीं। सारा पिंड इकट्ठा होया पिया है। हाँ सारा पिंड इकट्ठा होया। वे हरबंस कोरे जे तू अज रोई तो मामा ने अपने पुत फौज विच भेजने बंद कर देने आ। गुरदित सिया अज एक मां अपने पुत नू अपने मोढियां ते बिठा के घुमाऊगी सारे पिंड नू। देख ले तू। सौखा नहीं हुंदा जवान पुत नू मोढा देना। किन्नियां रीझां नाल मंगिया सी मैं अपना पुत। किन्नियां रीझां नाल मंगिया सी मैं अपना पुत। जदों जवान होया सी ना ऐ पेचां वाली पग बन्नदा हुंदा सी मेरा पुत, शीशे दे मोहरे खड़ा हो करके नाले टेढ़ी अख नाल मां नूं वेखदा रहिंदा सी। बीबी वेख किद्दां दा लगदा तेरा पुत, किद्दां दा लगदा ना टौर है ना पूरी। हाँ ले मेरा पुत किन्ना सोहना लगदा तू। नजर ना लग जाए मां दी नजर, किदी नजर लग गई अज। वाहिगुरू तेरा पाना मीठा लगे। वाहिगुरू अज एक मां चुकेगी अपने पुत नूं मोढियां ते सारे पिंड च घुमाएगी।
तो फिक्र ना कर गुरदित सिंह। देख आज मेरे मोढे मजबूत हो गए। एक फौजी दी मां आ मैं, एक फौजी दी। ए गुजरने वाली हवा जरा मेरे दोस्तों मेरी दिल रुबा, मेरी माँ को मेरा पैगाम दे, उसे जाके तू ये पैगाम दे। जय हिंद। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਬਬਲੀ ਜੀ ਵਾਕਈ ਮੈਨੂੰ ਸ਼ੁਰੂ ਕਰਨਾ ਪੈ ਤਾਂ ਰਿਹਾ, ਪਰ ਦਿਲ ਜਿਹੜਾ ਆ ਉਹ ਤੁਹਾਡੇ ਨਾਟਕ ਨੇ ਵਲੂੰਦਰ ਕੇ ਰੱਖਤਾ। ਕਿਉਂਕਿ ਦੇਸ਼ ਦੇ ਲਈ ਮਰ ਮੁੱਕਣ ਵਾਲੇ ਜਿਹੜੇ ਸੂਰਵੀਰ ਹੁੰਦੇ ਨੇ ਨਾ, ਉਹਨਾਂ ਦਾ ਮੁਕਾਬਲਾ ਕੋਈ ਨਹੀਂ। ਅਸੀਂ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ। ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਜਿੰਨੇ ਮਰਜ਼ੀ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਆ ਗੱਲਾਂ ਮਾਰੀ ਜਾਈਏ, ਪਰ ਜੋ ਕੁਰਬਾਨੀ ਉਹ ਲੋਕ ਕਰ ਗਏ ਅਸੀਂ ਉਹਦਾ ਦੇਣ ਨਹੀਂ ਵੇਖ ਸਕਦੇ। ਸੋ ਤੁਹਾਡੀ ਇਹ ਪਰਫਾਰਮੈਂਸ ਬਾ ਕਮਾਲ। ਮੈਂ ਦਰਸ਼ਕਾਂ ਦੇ ਕਮੈਂਟ ਵੀ ਪੜ੍ਹ ਰਿਹਾ ਸੀ ਨਾਲੋਂ ਨਾਲ। ਜੀ ਅਰਵਿੰਦਰ ਚਮਕ ਜੀ ਲਿਖਦੇ ਨੇ ਹਨਾ, ਕਹਿੰਦੇ ਕਿ ਮੇਡ ਵੀ ਕਰਾਈ ਬਬਲੀ ਜੀ, ਸੋ ਮੂਵਿੰਗ। ਬਰਿਆਮ ਮਸਤੋਰੀ ਲਿਖਦੇ ਨੇ ਕਿ ਇਨਰ ਪੇਨ ਆਫ ਵੂਮਨ ਡਿਊਰਿੰਗ ਵਾਰਸ, ਵੰਡਰਫੁਲ ਪਰਫਾਰਮੈਂਸ। ਤੇ ਮੇਰੇ ਵੱਲੋਂ ਇਹ ਸ਼ਰਧਾਂਜਲੀ ਸੀ ਉਹਨਾਂ ਸਾਰਿਆਂ ਨੂੰ, ਉਸ ਮਿੱਟੀ ਨੂੰ ਜਿਸਨੇ ਇਹੋ ਜਿਹੇ ਪੁੱਤ ਪੈਦਾ ਕੀਤੇ, ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ, ਜਵਾਨ ਪੁੱਤਾਂ ਨੂੰ ਦੇਸ਼ ਦੇ ਲੇਖੇ ਲਾ ਦਿੱਤਾ, ਉਹਨਾਂ ਜੀਵਨ ਸਾਥੀਆਂ ਨੂੰ ਜਿਨ੍ਹਾਂ ਨੇ ਆਪਣੇ ਉਹਨਾਂ ਸਾਥੀਆਂ ਦੇ ਜਾਣ ਤੋਂ ਬਾਅਦ ਆਪਣੇ ਸਾਰੇ ਘਰਦਿਆਂ ਨੂੰ ਸੰਭਾਲ ਕੇ ਰੱਖਿਆ, ਆਪਣੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੇ ਪਿਤਾ ਖੋ ਦਿੱਤੇ ਪਰ ਫਿਰ ਵੀ ਦੇਖੋ ਜ਼ਿੰਦਗੀ ਜੀ ਰਹੇ ਨੇ। ਤੇ ਮੇਰੀ ਸ਼ਰਧਾਂਜਲੀ ਹੈ ਉਹਨਾਂ ਲੋਕਾਂ ਨੂੰ। ਤੇ ਮੈਨੂੰ ਪਤਾ ਨਹੀਂ ਹੋਰ ਕੁਝ ਸੁਝਿਆ ਨਹੀਂ, ਤੇ ਮੈਨੂੰ ਲੱਗਾ ਕਿ ਇਹੀ ਕਰਦੇ। ਨਹੀਂ, ਬਹੁਤ ਬਹੁਤ ਕਮਾਲ ਹੈ ਨਾ। ਦੇਖੋ ਜਦੋਂ ਅਸੀਂ ਰੰਗਮੰਚ ਰਾਹੀਂ ਜਾਂ ਸਿਨੇਮਾ ਰਾਹੀਂ ਇਹਨਾਂ ਚੀਜ਼ਾਂ ਨੂੰ, ਸਾਡੇ ਦੇਸ਼ ਦੇ ਜਿਹੜੇ ਇਹ ਸੂਰਬੀਰ ਨੇ ਹਨਾ, ਇਹਨਾਂ ਦੀਆਂ ਗੱਲਾਂ ਅਸੀਂ ਇੱਕ ਪਰਦੇ ਦੇ ਉੱਤੇ ਵਿਖਾਉਂਦੇ ਹਾਂ ਜਾਂ ਘਰਾਂ ਦੇ ਵਿੱਚ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹਾਂ, ਮੈਂ ਕਹਿੰਦਾ ਕਿ ਉਹੀ ਸੱਚੀ ਸ਼ਰਧਾਂਜਲੀ ਹੋ ਸਕਦੀ ਆ।
ਸਿਰਫ ਇੱਕ ਦਿਨ ਲਈ ਫੋਟੋ ਲਾ ਦੇਣੀ ਜਾਂ ਕੁਝ ਲਾ ਦੇਣੀ ਉਹ ਸ਼ਰਧਾਂਜਲੀ ਨਹੀਂ, ਬਿਲਕੁਲ ਜਦੋਂ ਬਿਲਕੁਲ ਅਸੀਂ ਉਹਨਾਂ ਨੂੰ ਦਿਲਾਂ ਦੇ ਵਿੱਚ ਅਮਰ ਰੱਖਾਂਗੇ ਨਾ, ਉਸ ਤੋਂ ਬਿਲਕੁਲ ਵੱਡੀ ਗੱਲ ਨਹੀਂ ਹੋ ਸਕਦੀ। ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਤੋਂ ਬਾਅਦ ਜਾਣ ਤੋਂ ਬਾਅਦ ਅਸੀਂ ਅਸਲੀਅਤ ਤੋਂ ਦੂਰ ਨਹੀਂ ਜਾ ਸਕਦੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਮਿਲੀ ਹਾਂ ਏਦਾਂ ਦੇ ਨੂੰ ਜਿਨ੍ਹਾਂ ਦੇ ਘਰ ਦੇ ਵਿੱਚ ਬਸ ਦੋ ਹੀ ਬੰਦੇ ਹੁੰਦੇ ਸੀ, ਉਹ ਵੀ ਫੌਜ ਵਿੱਚ ਚਲੇ ਗਏ। ਹੁਣ ਔਰਤਾਂ ਨੇ ਸਿਰਫ, ਉਹ ਆਪਣੇ ਪਰਿਵਾਰਾਂ ਦੇ ਖਿਆਲ ਰੱਖ ਰਹੀਆਂ ਨੇ। ਦੇਖੋ ਦੇਸ਼ ਵੀ ਬਹੁਤ ਕੁਝ ਕਰਦਾ ਨੌਜਵਾਨਾਂ ਦੇ ਵਾਸਤੇ, ਮੇਲੇ ਵੀ ਲੱਗਦੇ ਨੇ, ਉਹਨਾਂ ਦੇ ਨਾਮ ਦੀਆਂ ਸੜਕਾਂ ਬਣਦੀਆਂ ਨੇ, ਇਹ ਸਭ ਕੁਝ। ਲੇਕਿਨ ਇੱਕ ਜਿਹੜਾ ਉਹ ਦਰਦ, ਜਿਹੜਾ ਇੱਕ ਪੇਨ ਹੈ ਉਹਨਾਂ ਦੇ ਪਰਿਵਾਰਾਂ ਦਾ, ਜੋ ਉਹਨਾਂ ਦੇ ਘਰਾਂ ਦੇ ਵਿੱਚ ਹੋ ਰਿਹਾ, ਕਿੱਦਾਂ ਉਹਨਾਂ ਨੇ ਰੋਟੀਆਂ ਕਮਾਉਣੀਆਂ, ਕਿੱਦਾਂ ਉਹਨਾਂ ਨੇ ਬੱਚੇ ਪੜ੍ਹਾਉਣੇ, ਕਿੱਦਾਂ ਉਹਨਾਂ ਨੇ ਜਿਹੜੇ ਘਰ ਦੇ ਵਿੱਚ ਸਾਡੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਕਿੱਦਾਂ ਸੰਭਾਲਣਾ। ਇੱਕ ਔਰਤ ਦੇ ਮੋਢਿਆਂ ਦੇ ਉੱਤੇ ਨਾ ਇਹ ਮਤਲਬ ਇਹਨਾਂ ਨੌਜਵਾਨਾਂ ਦੇ ਘਰਾਂ ਦੀ ਹਾਲਤ ਜੇ ਦੇਖੀ ਜਾਵੇ ਤਾਂ ਮਤਲਬ ਬਹੁਤ ਜ਼ਿਆਦਾ ਠੀਕ ਨਹੀਂ ਹੈ। ਪਰ ਦੇਖੋ ਇਹਨਾਂ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਬਿਲਕੁਲ ਸਰਕਾਰ ਨੂੰ ਵੀ ਦੇਣਾ ਚਾਹੀਦਾ ਹੈ, ਕਿਉਂਕਿ ਪਿੱਛੇ ਮੁੜ ਕੇ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਹਮੇਸ਼ਾ ਦੇਖਦੇ ਰਹਿਣਾ ਚਾਹੀਦਾ ਹੈ ਕਿ ਕੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੁਣ ਕੀ ਹੋ ਰਿਹਾ, ਕਿੱਦਾਂ ਰਹਿ ਰਹੇ ਨੇ, ਕੀ ਇਹਨਾਂ ਦਾ ਇਲਾਜ ਕੀ ਕਰ ਸਕਦੇ ਹਾਂ ਅਸੀਂ। ਤੇ ਕਈ ਹੈਗੇ ਨੇ ਇਹੋ ਜਿਹੇ ਜਿਹੜੇ ਇਹੋ ਜਿਹੀਆਂ ਗੱਲਾਂ, ਪੇਨ ਉਹਨਾਂ ਦੀ ਪੇਨ ਜਿਹੜੀ ਹੈ ਅੰਦਰ ਦੀ, ਮੈਂ ਤਾਂ ਨਹੀਂ ਬਿਆਨ ਕਰ ਸਕਦੀ। ਦੇਖੋ ਮੈਨੂੰ ਲੱਗਦਾ ਨਾ ਨਹੀਂ ਕਰ ਸਕਦੀ ਬਬਲੀ ਜੀ, ਮੈਨੂੰ ਲੱਗਦਾ ਕਿ ਆਪਾਂ ਲੋਕੀ ਨਾ, ਮਤਲਬ ਤੁਸੀਂ ਤਾਂ ਬਹੁਤ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਹੈ। ਮੈਨੂੰ ਲੱਗਦਾ ਕਿ ਅਸੀਂ ਬਹੁਤ ਵਾਰੀ ਗੱਲਾਂ ਕਰ ਲੈਂਦੇ ਹਾਂ, ਸਿਰਫ ਜਦੋਂ ਅਸੀਂ ਅੰਦਾਜ਼ਾ ਲਾ ਕੇ ਦੇਖੀਏ, ਉਦਾਹਰਨ ਹੀ ਲੈ ਲੈਂਦੇ ਹਾਂ ਕਿ ਅਸੀਂ ਇੱਕ ਨਾਟਕ ਕਰਨਾ ਆ, ਉਸ ਨਾਟਕ ਦੇ ਕਿਰਦਾਰ ਅਸੀਂ ਨੇ ਵੰਡ ਕੇ ਦਿੱਤੇ ਨੇ, ਤੇ ਜਦੋਂ ਨਾਟਕ ਦੇ ਵਿੱਚੋਂ ਇੱਕ ਕਿਰਦਾਰ ਹੀ ਖਤਮ ਹੋ ਗਿਆ ਤਾਂ ਸਾਰੇ ਦਾ ਸਾਰਾ ਨਾਟਕ ਜਿਹੜਾ ਆ ਉਹ ਖਰਾਬ ਹੋ ਜਾਂਦਾ। ਹੁਣ ਜਿਹੜੇ ਪਰਿਵਾਰ ਚੋਂ ਇੱਕ ਕਿਰਦਾਰ ਹਮੇਸ਼ਾ ਲਈ ਚਲਾ ਗਿਆ, ਉਸ ਪਰਿਵਾਰ ਦਾ ਹਾਲ ਹਮੇਸ਼ਾ ਕਿਸ ਤਰੀਕੇ ਦਾ ਹੋਣਾ ਇਹ ਉਹੀ ਜਾਣ ਸਕਦਾ। ਬਿਲਕੁਲ, ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਆਰਾਮ ਦੀ ਜ਼ਿੰਦਗੀ ਜੀ ਨਹੀਂ, ਬਹੁਤ ਚੰਗਾ ਲੱਗਿਆ ਬਬਲੀ ਜੀ, ਤੁਸੀਂ ਟ੍ਰਿਬਿਊਟ ਦਿੱਤਾ ਹੈ ਨਾ ਉਹਨਾਂ ਦੇਸ਼ ਦੇ ਮਹਾਨ ਸੂਰਬੀਰਾਂ ਨੂੰ ਜਿਹੜੇ ਨਿੱਕੀਆਂ ਉਮਰਾਂ ਦੇ ਵਿੱਚ ਸ਼ਹਾਦਤਾਂ ਪਾ ਗਏ। ਅੱਛਾ, ਇੱਕ ਨਾ ਤੁਹਾਡੇ ਲਈ ਸਵਾਲ ਆਇਆ ਸੀਗਾ ਦਰਸ਼ਕ ਵੱਲੋਂ, ਵਰਿਆਮ ਮਸਤ ਜਿਹੜੇ ਆ ਉਹ ਪੁੱਛਦੇ ਨੇ, ਕਹਿੰਦੇ ਕਿ ਇੱਕ ਐਕਟਰ ਵਧੀਆ ਨਾਟਕਕਾਰ ਵੀ ਹੋ ਸਕਦਾ ਹੈ। ਇੱਕ ਸਵਾਲ ਤਾਂ ਇਹਦੇ ਨਾਲ ਹੀ ਜੋੜ ਕੇ ਉਹ ਪੁੱਛਦੇ ਨੇ ਕਿ ਸਪੀਚ ਤੇ ਟੀਵੀ ਵਿਭਾਗ ਦੀ ਜਿਹੜੀ ਟ੍ਰੇਨਿੰਗ ਆ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਦੀ ਜਿਹੜੀ ਪੜ੍ਹਾਈ ਆ, ਇਹਨਾਂ ਦੋਨਾਂ ਦੇ ਵਿੱਚ ਵੀ ਤੁਹਾਡੇ ਹਿਸਾਬ ਨਾਲ ਅੰਤਰ ਕੀ ਆ? ਡਿਫਰੈਂਸ ਕੋਈ ਡਿਫਰੈਂਸ ਮਤਲਬ ਇਹ ਹੈ ਵੀ ਉੱਥੇ ਅਸੀਂ ਜਿੱਦਾਂ 2 ਸਾਲ ਦਾ ਅਸੀਂ ਕੋਰਸ ਕਰਦੇ ਹਾਂ, ਉੱਥੇ 2 ਸਾਲਾਂ ਦੇ ਵਿੱਚ ਮਤਲਬ ਹਮੇਸ਼ਾ ਸਾਰਾ ਸਮੇਂ ਅਸੀਂ ਉਹ ਨਹੀਂ ਸ਼ਾਮ ਤੱਕ ਉਸੇ ਮਾਹੌਲ ਦੇ ਵਿੱਚ ਅਸੀਂ ਇੱਥੋਂ ਦੀ ਪੜ੍ਹਾਈ ਕਰ ਰਹੇ ਹਾਂ, ਮਤਲਬ ਐਮਏ ਕਰ ਰਹੇ ਹਾਂ, ਇਹ ਇੱਕ ਤਰ੍ਹਾਂ ਦੀ ਪੜ੍ਹਾਈ ਹੈ। ਫਰਕ ਬੇਸ਼ੱਕ ਹੋ ਵੀ ਸਕਦਾ ਆ, ਪਰ ਮੈਂ ਚਾਹੁੰਦਾ ਆ ਕਿ ਤੁਹਾਡੀ ਗੱਲਬਾਤ ਜਿਹੜੀ ਆ ਉਹ ਦਰਸ਼ਕਾਂ ਤੱਕ ਕਲੀਅਰ ਨਹੀਂ ਪਹੁੰਚਦੀ, ਪਰ ਇੰਨਾ ਬੜਾ ਆ ਕਿ ਤੁਹਾਡੀ ਪੇਸ਼ਕਾਰੀ ਜਿਹੜੀ ਆ ਉਹ ਦਰਸ਼ਕਾਂ ਨੇ ਮਾਣੀ। ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇਸੇ ਤਰੀਕੇ ਦੇ ਨਾਲ ਜਦੋਂ ਥੀਏਟਰ ਕਰਮੀ, ਰੰਗਮੰਚ ਦੇ ਨਾਲ ਜੁੜੇ ਹੋਏ ਜਿਹੜੇ ਅਦਾਕਾਰ ਨੇ, ਉਹ ਇਸ ਤਰੀਕੇ ਦੀਆਂ ਸੱਚੀਆਂ ਗੱਲਾਂ, ਲੋਕਾਂ ਦੇ ਦਿਲਾਂ ਨੂੰ ਬਲੁੰਦਰਨ ਵਾਲੀਆਂ ਉਹ ਘਟਨਾਵਾਂ ਰੰਗਮੰਚ ਰਾਹੀਂ ਪੇਸ਼ ਕਰਦੇ ਰਹਿਣਗੇ ਤਾਂ ਅਸੀਂ ਹਮੇਸ਼ਾ ਹੀ ਆਪਣੇ ਸੂਰਬੀਰ ਯੋਧਿਆਂ ਨੂੰ ਦਿਲਾਂ ਦੇ ਵਿੱਚ ਵਸਾ ਕੇ ਰੱਖਾਂਗੇ। ਸੋ ਇਹ ਸੀ ਜੀ ਅੱਜ ਦਾ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ 9ਵੇਂ ਦਿਨ ਦੀ ਪੇਸ਼ਕਾਰੀ, ਜਿਹਦੇ ਵਿੱਚ ਸਾਡੇ ਨਾਲ ਕਲਾਕਾਰ ਦੇ ਤੌਰ ਤੇ ਹਰਵਿੰਦਰ ਕੌਰ ਬਬਲੀ ਜੀ ਹੋਰੀ ਜੁੜੇ ਸੀਗੇ। ਸਾਨੂੰ ਬਜਾਜ ਸਾਹਿਬ ਹੋਰਾਂ ਦੇ ਸੁਨਹਿਰੀ ਬੋਲ ਜਿਹੜੇ ਆ ਉਹ ਸ਼ੁਰੂਆਤ ਦੇ ਵਿੱਚ ਸੁਣਨ ਨੂੰ ਮਿਲੇ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਨੇ ਪਸੰਦ ਕੀਤਾ ਹੋਣਾ ਆ, ਤੇ ਵਿੱਚ ਜਿਹੜੀਆਂ ਖਾਮੀਆਂ ਨੈਟਵਰਕ ਵੱਲੋਂ ਕਹਿ ਲਓ ਜਾਂ ਸਾਡੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਮੀ ਰਹਿ ਗਈ ਹੋਵੇ, ਉਹਦੇ ਲਈ ਅਸੀਂ ਤੁਹਾਡੇ ਤੋਂ ਮੁਆਫੀ ਵੀ ਮੰਗਦੇ ਹਾਂ, ਤੇ ਆਸ ਕਰਦੇ ਹਾਂ ਕਿ ਤੁਹਾਡਾ ਆਸ਼ੀਰਵਾਦ, ਤੁਹਾਡੀਆਂ ਦੁਆਵਾਂ ਸਾਡੇ ਨਾਲ ਅੱਗੇ ਵੀ ਬਣੀਆਂ ਰਹਿਣਗੀਆਂ। ਸੋ ਕੱਲ 10ਵੇਂ ਦਿਨ ਇੱਕ ਵੱਖਰੇ ਕਲਾਕਾਰ ਦੇ ਨਾਲ ਫਿਰ ਤੋਂ ਹਾਜ਼ਰੀ ਲੱਗੇਗੀ ਇਸੇ ਵਰਚੁਅਲ ਮੰਚ ਦੇ ਉੱਤੇ। ਸੋ ਤੁਸੀਂ ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹਿਣਾ ਆ। ਅੱਜ ਦੇ ਲਈ ਇੰਨਾ ਹੀ, ਦਿਓ ਜੀ ਆ ਗਿਆ, ਸਤਿ ਸ਼੍ਰੀ ਅਕਾਲ। ਇਹ ਸ਼ੀਸ਼ਾ ਹੈ, ਇਹ ਸ਼ੀਸ਼ਾ ਹੈ ਕਿਸੇ ਹੋਰ ਦਾ, ਤੇਰਾ ਸ਼ੀਸ਼ਾ ਕੋਈ ਹੋਰ ਹੈ। ਇਹ ਸ਼ੀਸ਼ਾ ਹੈ ਕਿਸੇ ਹੋਰ ਦਾ, ਤੇਰਾ ਸ਼ੀਸ਼ਾ ਕੋਈ ਹੋਰ ਹੈ। ਤੇਰਾ ਸ਼ੀਸ਼ਾ
ਸ਼ੀਸ਼ੇ ਵਿੱਚ ਚੋਰ ਹੈ, ਇਹ ਸ਼ੀਸ਼ਾ ਹੈ। तेरा शीशा घूम रहा है, घूम के किधर जावेगा। तेरा शीशा घूम रहा है, घूम के किधर जावेगा। वेख दे हाँ इस शीशे चों की कुछ नजरी आवेगा। वेख दे हाँ इस शीशे चों की कु नजरी आवेगा। एक तरफ पा फुट रही, एक तरफ पा फुट रही, दूजे कटा कन कोर है, यह शीशा है, यह शीशा है किसे होर दा। तेरा शीशा कोई होर है, यह शीशा है किसे होर दा।